بسم اللہ الرحمن الرحیم۔ الصلاۃ والسلام علیکہ یا رسول اللہ وعلی آلک و صحابک یا سیدی یا خاتم النبیین۔ محترم دوستو، ابھی ہم گفتگو کر رہے ہیں قادیان کے مرد کو بھی دودھ آتا ہے، تو اس موضوع پہ گفتگو ہوگی۔ جو دوست سن رہے ہیں اور ان میں سے اگر کوئی قادیانی ہے تو آؤ بھائی، سامنے آؤ ذرا۔ جس نے اپنے باپ کا خالص دودھ پیا ہوا ہے تو آؤ بھائی، تھوڑا جا گل کرنی ہے۔ اچھا، یہ حوالات پہلے دیکھ لیں جناب۔ یہ ہے روحانی خزائن، اور یہ کیا ہے، جلد نمبر 2، صفحہ نمبر 99، سرما چشمہ آریہ۔ کہتے ہیں جی، اس کے بعد 3 معتبر اور سکہ اور معزز آدمی نے میرے پاس بیان کیا کہ ہم نے بچشمے خود چند مردوں کو عورتوں کی طرح دودھ دیتے دیکھا ہے، بلکہ ایک نے ان میں سے کہا کہ امیر علی نام ایک سید کا لڑکا ہمارے گاؤں میں اپنے باپ کے دودھ ہی سے پرورش پایا تھا، کیونکہ اس کی ماں مر گئی تھی۔ ہاں بھائی قادیانیوں، کدی ماں مری ہے؟ آ جاؤ، جن اپنے باپ دا خالص دودھ پیتا ہے نا، آ جاؤ بھائی، آ جاؤ، نیڑے ہو جاؤ بھائی، اور نیڑے ہوو قادیانیوں۔ کوئی نہیں یار، اج کمنٹ بھی کوئی نہیں ہوندا پیا، یہ کی چکر ہے؟ لگتا قادیانی ناراض ہو گئے جے۔ قادیانی ہو گئے نے ناراض، تے وعلیکم السلام۔ بابا جی آ گئے نے جناب۔ بابا جی تسی آؤ نا ذرا، کوئی تھوڑا جا مسئلہ تے حل کرو، ہیں بابا جی؟ قادیان کے مردوں کو دودھ آ گیا جناب۔ اس کے بعد 3 سکہ اور معتبر ہیں، انہوں نے دسے باقی قادیان دے مرد جڑے نا دودھ دیندے نے۔ اچھا، دودھ خالص ہوندا جے کہ پانی ملیا ہوندا ہے؟ یار دسو بھی تو صحیح نا یار، کتنے ٹر گئے؟ چس آ گئی ہے بھائی، چس آ گئی۔ مصطفیٰ خیر الورا ہو، مصطفیٰ خیر الورا ہو۔ چلو اگلا حوالہ ویکھیے یار۔
ਕਿਹੜਾ ਵਾਦਾ? ਸਹੀ ਹੈ, ਇਹ ਸਹੀ ਹੈ। ਲੋ ਭਾਈ ਸੁਣੋ ਫਿਰ ਮਿਰਜ਼ਾ ਜੀ ਦਾ ਮੌਜਜ਼ਾ। ਮਿਰਜ਼ਾ ਜੀ ਦਾ ਮੌਜਜ਼ਾ ਸੁਣਿਆ ਜੇ ਭਾਈ। ਰੂਹਾਨੀ ਖਜ਼ਾਨ ਜਿਲਦ 22 ਤੇ ਸਫਾ 246 ਦੇ ਉੱਤੇ ਮਿਰਜ਼ੇ ਕਾਦੀਆਨੀ ਦਾ ਇੱਕ ਮੌਜਜ਼ਾ ਲਿਖਿਆ ਹੈ, ਨਿਸ਼ਾਨ ਨੰਬਰ 85। ਉਹ 85 ਨੰਬਰ ਨਿਸ਼ਾਨ ਭਾਈ ਮਿਰਜ਼ਾ ਕਾਦੀਆਨੀ ਦੀ ਗਾਂਡ ਵਿੱਚੋਂ ਨਾ ਇਹ 16 ਦਿਨ ਦਾ ਖੂਨ ਆਇਆ ਜੇ ਵੇਖੋ। ਹਾਂਜੀ, निशान 85 है। एक मरतबा मैं कुलंज जहीरी से सख्त बीमार हुआ और 16 दिन पखाना की राह से खून आता रहा और सख्त दर्द था जो बयान से बाहर है। वाह भाई वाह। ਜਦੋਂ ਪਿੱਠ ਪੰਗੇ ਲਈਏ ਤਾਂ ਪੁੱਤਰ ਉਹ ਫਿਰ ਖੂਨ 'ਤੇ ਆਣਾ ਨਾ। ਕਿਹਨੇ ਕਿਹਾ ਸੀ ਰਜੂਲੀਅਤ ਦੀ ਤਾਕਤ ਦਾ ਇਜ਼ਹਾਰ ਕਰਾਓ ਹੈ? ਉਹ ਵੇਖੋ ਨਾ ਇਸਲਾਮੀ ਕੁਰਬਾਨੀ ਸਫਾ 12 ਦੇ ਉੱਤੇ ਕਾਜ਼ੀ ਯਾਰ ਮੁਹੰਮਦ ਲਿਖਦਾ ਹੈ, जैसा कि हज़रत मसीह मूतर लहे शलवार ने एक मौका पर अपनी हालत ये ज़ाहिर फरमाई है कि कशफ की हालत आप पर इस तरह तारी हुई कि गोया आप औरत हैं और ये लाश ने आके रजूलियत की ताकत का इजहार फरमाया था। समझने वाले के लिए इशारा काफ़ी है। लो तो पुत्र पिठ पंगे लईए ਤਾਂ ਹੀ ਫਿਰ ਪਛਵਾੜੇ 'ਚ ਖੂਨ ਹੁੰਦਾ ਹੈ ਨਾ। ਕਿਹਨੇ ਕਿਹਾ ਸੀ ਤੂੰ ਇੰਜ ਦੇ ਉਤਰੇ ਉਤਰੇ ਕੰਮ ਕਰ ਹੈ ਬਾਈ? ਇਹਦਾ ਜਵਾਬ ਤਾਂ ਮਿਲਿਆ ਕੋਈ ਨਹੀਂ ਫਿਰ ਮੈਨੂੰ ਇਹ ਦੁੱਧ ਵਾਲਾ। आल कादियानी काफर। आल मरदई भी काफर नहीं हो भाई, सिर्फ कादियानी ने। मरदई भी छोटे ਵੱਡੇ ਮਿਰਜ਼ੇ ਦੋਵਾਂ ਦੇ ਮੰਨਣ ਵਾਲੇ ਜਿਹੜੇ ਨੇ। ਭਾ ਬੂਟਾ ਵੀ ਆ ਗਿਆ। अस्सलामुअलैकुम। वालेकुम सलाम। ਕੀ ਹਾਲ ਹੈ ਭਾ ਬੂਟਾ? दुआ उस्ताद मुहतरम, तुसी सुनाओ तुहाडा की हाल है? ਸ਼ੁਕਰ ਹੈ ਅੱਲਾ ਦਾ। ਕੋਈ ਹੁੰਦਾ ਹੀ ਨਹੀਂ ਮਰਦਈ ਯਾਰ, ਕਿੱਥੇ ਮਰ ਗਏ ਨੇ? ਮਿਰਜ਼ਈਆਂ ਨੂੰ ਪੁੱਛਣਾ ਤੇ ਚਾਹੀਦਾ ਵੀ ਤੁਹਾਡਾ ਅੱਬਾ ਵੀ ਦੁੱਧ ਦੇ ਰਿਹਾ ਕਿ ਕੋਈ ਅੰਮਾ ਹੀ ਦਿੰਦੀ ਹੈ ਵੀ? ਅੰਮਾ ਤੇ ਮਰ ਗਈ ਹੈ ਨਾ, ਉਹ ਵੇਖੋ ਨਾ, ਅੰਮਾ ਤੇ ਮਰ ਗਈ ਹੈ। ਜਿੱਦਣ ਦੀ ਇਹਨਾਂ ਦੀ ਅੰਮਾ ਮਰੀ ਹੈ ਉਦਣ ਦਾ ਹੁਣ ਅੱਬੇ ਦਾ ਚੁੰਗਦੇ ਨੇ ਪਏ। ਅੱਗੇ ਇੱਕ ਲੱਭਾ ਮੈਂ ਸਾਊਦ ਬੱਟ ਦੀ ਲਾਈਵ ਤੇ ਬੈਠਾ ਮੁਫਤੀ ਸਾਹਿਬ ਦੂਜੀ ਆਈਡੀ ਤੋਂ ਨਾ, ਤੇ ਉਹ ਬੱਟ ਸਾਊਦ ਪਿਆ ਪੁੱਛਦਾ ਕਿੰਨੀ ਦੇਰ ਹੋਈ ਆ ਜੋ ਉੱਥੇ। ਮੈਂ ਕਿਹਾ ਯਾਰ ਮੇਰੇ ਵੱਲੋਂ ਨਾ ਹੀ ਪੁੱਛਿਆ ਕਿਉਂ, ਮੈਂ ਕਿਹਾ ਮੈਨੂੰ ਤਾਂ ਬੜਾ ਅਰਸਾ ਹੋ ਗਿਆ, ਮੈਂ ਪਾਕਿਸਤਾਨ ਨਹੀਂ ਗਿਆ ਤੇ ਮੇਰੀ ਅੱਧੀ ਫੈਮਿਲੀ ਜਿਹੜੀ ਉਹ ਜਰਮਨੀ ਹੈ। ਉਹ ਬੰਦੇ ਨੇ ਜਨਾਬ ਸੋਚਿਆ ਕਿ ਸ਼ਾਇਦ ਇਹ ਸਾਡੇ ਪਾਸੇ ਆ ਜੇ। ਉਹ ਆ ਕੇ ਉੱਤੇ ਮੈਨੂੰ ਮਸ਼ਵਰੇ ਦੇਣ ਲੱਗ ਪਿਆ। ਮੈਨੂੰ ਆਂਦਾ ਮੈਂ ਤੈਨੂੰ ਪ੍ਰਾਈਵੇਟ 'ਚ 3 ਨੰਬਰ ਦਿੱਤੇ ਨੇ, ਉਹਨਾਂ ਨਾਲ ਰਾਬਤਾ ਕਰ। ਉਹ ਇਹ ਉਤਰਿਆ ਹੀ ਹੈ ਤੇ ਮੈਨੂੰ ਕਿਸੇ ਗੱਲ ਦਾ ਖੁਦਾ ਦੀ ਕਸਮ ਨਹੀਂ ਹਜੇ ਪਤਾ, ਸਿਰਫ ਤੁਹਾਡੀ ਸੋਹਬਤ ਦਾ ਅਸਰ ਜੇ। ਮੈਂ ਉਸ ਬੰਦੇ ਨੂੰ ਇਹ ਕਿਹਾ, ਮੈਂ ਕਿਹਾ ਭਾਈ ਇਹ ਸਾਊਦ ਬੱਟ ਨੂੰ, ਮੈਂ ਕਿਹਾ ਬੱਟ ਸਾਹਿਬ ਤੁਹਾਨੂੰ ਹੁਣ ਮੈਂ ਦੱਸਾਂ, ਇਹ ਬੱਟ ਨੂੰ ਪਤਾ, ਇਸ ਬੰਦੇ ਨੂੰ ਪਤਾ ਨਹੀਂ ਕਿ ਮੈਂ ਕੌਣ ਆ।
ਅਗਰ ਇਹਨੂੰ ਪਤਾ ਹੋਏ ਨਾ ਕਿ ਇਸ ਆਈਡੀ ਦੇ ਵਿੱਚ ਬੂਟਾ ਬੈਠਾ ਹੈ ਜਾਂ ਇਜਾਜ਼ ਅਹਿਮਦ ਬੈਠਾ ਹੈ, ਮੈਂ ਕਿਹਾ ਇਹ ਕਦੀ ਵੀ ਮੈਨੂੰ ਨੰਬਰ ਨਾ ਦਿੰਦਾ। ਹੂੰ ਇਹ ਉਹ ਕਿਉਂ? ਮੈਂ ਕਿਹਾ ਇਹ ਜਿਹੜੇ ਮਹਿਕਮੇ ਦਾ ਹੈ ਉਸੇ ਮਹਿਕਮੇ ਦੇ ਅਸੀਂ ਖਿਲਾਫ ਕੰਮ ਪੇ ਕਰਨੇ ਆ। ਠੀਕ ਹੈ ਉਹਨਾਂ ਵਿੱਚੋਂ ਇੱਕ ਬੰਦਾ ਬੋਲਿਆ ਤਾਂ ਆਂਦਾ ਭਾਜੀ ਬੜਾ ਤਜਰਬਾ ਤੁਹਾਡਾ। ਮੈਂ ਕਿਉਂ? ਆਂਦਾ ਮੈਨੂੰ ਵੀ ਇੱਕ ਦਿਨ ਜੀ ਇਹਨਾਂ ਯਾਰ ਸਾਰਾ ਯਕੀਨ ਕੁਝ ਜਾਨੋ ਬੜੇ ਵਿਖਾਇਆ। ਬੜੇ ਨਾ ਅਜੀਬ ਜਿਹੇ ਲੋਕ ਨਾ ਮੈਨੂੰ ਕਈ ਆ ਕੇ ਕਹਿੰਦੇ ਨੇ ਤੁਸੀਂ ਕਾਦੀਆਨੀ ਹੋ ਉਹ ਮੈਂ ਕਿਹਾ ਯਾਰ ਅਸੀਂ अस्सलामुअलैकुम ਉਹਨਾਂ ਦਾ ਵਿੱਚ वरहमतुल्लाहि ਕੰਮ ਕਰਨੇ ਆ। वबरकातुहू। ਵਾਲੇਕੁਮ ਅਸਲਾਮ। ਵਾਲੇਕੁਮ ਸਲਾਮ। ਉਹ ਫਿਰ ਉਸਤਾਦ ਮੁਖਤਰਮ ਗੱਲ ਇਹ ਹੋਈ ਹੈ, ਕੋਈ ਬੰਦੇ ਨੇ ਕਿਹਾ ਵਾਕਈ ਆ ਜ਼ਿਆ ਉਸੇ ਭਾਈ ਨੇ ਮਹਿਕਮੇ ਦਾ। मुफ्ती साहब मोहम्मद जिया। ਉਹ ਤੇਰੀ ਖੈਰ, ਵਾਹ ਜੀ ਵਾਹ, ਪਹੁੰਚ ਕੇ ਫਿਰ ਟਿਕਟਾਕ ਤੇ। आपका फैज जो है वो यहाँ तक पहुंचा और टिकटॉक बना लिया मैंने। बे सही हुआ है बस, अब ठीक है, अब ठीक है भाई। भाई टिकटॉक पे बड़ी जरूरत है यार। ਮੁਫਤੀ जिया ਸਾਹਿਬ ਉਹ भाई ਵੀ ਬੰਦਾ ਆਂਦਾ जी ਨਾ हजरत ਮੈਨੂੰ वाला ਪੈਸੇ ਵੀ बिल्कुल ਵਿਖਾਉਂਦੇ टिकटॉक ਰਹੇ पर ਨੇ, जरूरत है। ਵੀਡੀਓ ਕਾਲ ਤੱਕ ਮੇਰੇ ਨਾਲ ਕਰਦੇ ਰਹੇ ਨੇ हम्म, ਕਿ ਤੂੰ ਇੱਥੇ ਆਈ ਆ, ਅਸੀਂ ਤੈਨੂੰ ਸਪਾਂਸਰ ਕਰਨੇ ਆ, ਸਾਡੇ ਕੋਲ ਆਈ ਆ। ਆਂਦਾ अच्छा ਮੈਂ ਕਿਹਾ ਭਾਈ ਇਹ ਕੰਮ ਮੈਂ ਨਹੀਂ ਕਰ ਸਕਦਾ। हम्म, नहीं स्पॉन्सर। अच्छा जनानियां नहीं करते स्पॉन्सर? ਸਾਰਾ ਕੁਝ ਕਰ ਰਹੇ ਹੋ। ਉਹ ਆਂਦਾ ਹੀ ਪਿਆ ਕਿ ਆਂਦਾ ਵੀਡੀਓ ਕਾਲ ਤੱਕ ਅੱਜ ਆਇਆ ਮੇਰੇ ਜੀ ਨਾਲ ਯਾਰ, ਇਹ ਕਰਦੇ ਵੇਖੋ, ਰਹੇ ਨੇ। ਇਹ ਜ਼ਰਾ ਵੇਖਿਆ ਜੇ, ਜ਼ਰਾ ਇਹਦੀ ਕਰਤੂਤ ਵੇਖਿਆ ਜੇ। ਇਹ ਮੈਂ ਨਾ, ਇਹ ਤੁਹਾਨੂੰ ਮੈਂ WhatsApp ਵਿਖਾਵਾਂ ਤੇ ਅੱਲਾ ਤੁਹਾਡਾ ਭਲਾ ਕਰੇ। ਇੱਕ ਮਿੰਟ ਠਹਿਰਿਆ ਜੇ ਜ਼ਰਾ, ਤੇ ਇਹ ਵੇਖਿਆ ਜੇ। ਇਹ ਮੇਰੇ ਦੂਜੇ WhatsApp ਨੰਬਰ ਤੇ ਨਾ, ਉਹਨੂੰ ਨਹੀਂ ਸੀ ਪਤਾ ਕਿ ਇਹ ਮੁਫਤੀ ਮੁਬਸ਼ਰ ਦਾ ਨੰਬਰ ਹੈ, ਤੇ ਉਹ ਨਾ ਉਹਨੇ ਕਰ ਛੜਿਆ ਮੈਨੂੰ ਮੈਸੇਜ, ਇਹ ਜੇ ਕਾਦੀਆਨੀ। ਤੇ ਉਹ ਨਾ ਇਹ ਵੇਖਿਆ ਜੇ ਮੈਸੇਜ ਦਾ, ਵੇਖਿਆ ਜੇ ਇਹ, अस्सलामुअलैकुम। जमात अहमदिया की तारीख में पहली बार बच्चों के रिश्तों की लिस्ट बजरिया फ़ोन देखने की सहूलत। ये प्राइवेट ऐप बतौर खिदमत खलक मुफ्त है और चंद सेकंड में आपको पूरी दुनिया के अहमदी वालदैन जो बच्चों के रिश्तों की तलाश कर रहे हैं इनसे मिला देती है। थले लिंक जे तो फिर बंदे का नंबर शंबर भी जे। अगर डाउनलोड लिंक काम ना करे तो गूगल ऐप को प्ले स्टोर पर जाएं तो उधर जाके लड़की तलाश करें। अच्छा मैं थले कमेंट की किया जरा है जी मजर, मैं क्या जी मुझे भी रिश्ता चाहिए लेकिन लड़की खूबसूरत खूबसूरत होनी चाहिए। और देखो ਇਹਦਾ जवाब की होता है। मुफ्ती साहब आपको ये लिखना चाहिए था, लुजना खूबसूरत होनी चाहिए। ਤੁਸੀਂ ਵੇਖੋ ਸਹੀ ਬੰਦਾ ਕੀ ਹੈ। ਇਹ ਨਾ ਪੱਟੂ ਛੱਟੂ ਬੜਾ ਪਾਉਂਦੇ ਜੇ ਕਿ जी ਕਿਸੇ जी जी ਤਰੀਕੇ हजरत ਨਾਲ ਕੋਈ हर जाए। ਕੋਈ ਫਾਸੀ ਜਾਏ, ਕੋਈ ਹੈ ਕੋਈ तबलीग तो करनी है ना इन्होंने, ऐसे अच्छा चीजें नाम इन्होंने। हाँ हाँ मुफ्ती साहब मैं आपसे एक बात शेयर करना चाहता। अभी मेरी ना इंडोनेशिया के टिकटॉक के ऊपर गुफ्तगू चल रही थी एक बंदे के साथ। वो बड़ा इमामा शिमामा पहन कर और वो जुब्बा शुब्बा पहन कर ना तसव्वुफ के ऊपर बात कर रहा था, लेकिन उसकी आड़ में वो ये साबित करना चाहता कि उस पर वही नाजिल होती है, नाउज़ुबिल्लाह मिन ज़ालिक। इंडोनेशिया आपको तो पता है फितने उठे हुए हैं। तो मैंने सिर्फ ये पूछ लिया कि मुझे तसव्वुफ की तारीफ उल्मा तसव्वुफ से पेश कर दो कि अच्छा इस्तिलाह में और लुगत में तसव्वुफ कहते किसे हैं। हम्म, हजरत कोई आधा घंटा उसने लगाया है और वो तसव्वुफ की तारीफ उल्मा तसव्वुफ से पेश नहीं कर सका। ओहो, ये तो हालत है इन लोगों की। ऐसा ही है, बिल्कुल ऐसा ही है, बिल्कुल ऐसा ही है। हेलो जी मुफ्ती जी साहब। जी लो जिया जी भाई आप बिल्कुल चुप कर गए ना, इसलिए मुफ्ती साहब को शक हुआ है कि शायद आपका नहीं नेट नहीं या एक मुफ्ती मिनट, साहब का स्लो हो गया। नहीं 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 मेरा नहीं नेट चल रहा है। नहीं यार जरा डबल टैप करे जे भाई, रिपोर्टिंग होंगी है भाई, डबल टैप करो जल्दी जल्दी तरह।
जी जी, मैं टैप कर रहा हूँ, वो लाइक्स इसको 50 के लाइक्स पे लेकर जाएंगे ना तो फिर रिपोर्ट करना मुश्किल है स्ट्रीम को। जल्दी भाई, जल्दी 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 डबल टैप करो भाई, जल्दी जल्दी, मिनटों मुफ्ती साहब, कोई कादियानी आपकी स्ट्रीम पर क्यों नहीं आ रहा है, क्या वजह है? नहीं वो बस अजे ना रजूलीਅਤ ਦੀ ਤਾਕਤ ਦਾ ਇਜ਼ਹਾਰ ਕਰਨ 'ਚ ਮਸਰੂਫ ਨੇ, ਵੇਲੇ ਵੇਲੇ ਹੋ ਕੇ ਆਣਗੇ, ਅਜੇ ਵੇਖਦੇ ਨਹੀਂ ਪਏ ਤੁਸੀਂ, ਉਹ ਰਿਪੋਰਟਾਂ ਲੱਗੇ ਜੇ ਕਰਨ, ਅਜੇ ਹੁਣ ਮੈਨੂੰ ਮੈਸੇਜ ਆਇਆ ਜੇ, ਉਹ ਜਲਦੀ ਕਰੋ ਭਾਈ, ਡਬਲ ਟੈਪ ਕਰੋ ਯਾਰ, ਮਿੰਟ ਲਾਓ। ਥੱਲੇ ਅੱਗੇ ਨਾਦਰ ਆਇਆ ਸੀ ਕਿ ਆ ਉਹੀ ਕੋਈ ਵੇਟ ਕਰਕੇ ਗਿਆ ਅਜੇ, ਉਹ ਪੁੱਤਰ ਤੂੰ ਜੋ ਮਰਜ਼ੀ ਕਰ, ਟੈਨਸ਼ਨ ਨਹੀਂ ਹੈ। अच्छा चलो जी, अगे गल करो जी दया भाई। जी, तो मुफ्ती साहब मैं आपको एक बात बता रहा था कि इंडोनेशिया के अंदर इस तरह की पाकिस्तान के अंदर उठते ना फितने के, मैं एक जैसे पिछली दफा एक औरत का फितना उठा था कि उसने नबूवत का नाउज़ुबिल्लाह दावा किया था, आपको पता भी होगा इस बारे में, कि उसको शायद गिरफ्तार कर लिया गया था पाकिस्तान के अंदर। इस तरीके से यहाँ पर भी ना इंडोनेशिया के अंदर वक्फतन ऐसे फितने उठते रहते हैं, लेकिन वो खुलकर नहीं बताते, उनको खोलना पड़ता है। जैसे कि तसव्वुफ की आड़ में छुप जाएंगे, ठीक है ना? तो आपको तो पता है कि अहले तसव्वुफ ने अपने अकीदे को वजाहत करने के लिए किताबें लिखी हैं कि तसव्वुफ की क्या तारीफ है इस्तिलाह में, और दीगर मामलात जो है, तरीकत क्या है, शरीयत क्या है, हकीकत क्या है, इन सब की तारीफें लिखी हुई हैं। तो वहां से अकीदा क्लियर हो जाता है। तो यहाँ पर ये फिर आकर फंसते, जब इनसे पूछा जाए ना कि भाई तारीफ करो, तुम तो तसव्वुफ के लिए बड़ा बोल लो कि तसव्वुफ ये है, तो भाई पिछले उलमा ने जो तसव्वुफ की तारीफ की है वो है क्या? तो फिर वहां वो फंसते हैं हजरत, ऐसे ही ऐसे ही ऐसे ही। और बिल्कुल मुसलमानों वाला हुलिया बनाकर आते हैं, अच्छा बिल्कुल मुसलमानों वाला हुलिया। जिया भाई, 1000 बंदा पूरा हो गया ਤੁਹਾਡਾ? मेरे तो हजरत 1400 बंदे हैं टिकटॉक पर। माशाल्लाह, तो लाइव आ सकते हैं ना आप? जी जी, अभी लाइव तो हूँ आपके साथ, लेकिन वो क्या कहते नहीं, हैं, वेब अपनी कैम नहीं लाइव, खोल सकता मैं। अपनी लाइव नहीं हाँ, कर सकते? अपनी लाइफ पर मैं आ सकता हूँ, लेकिन अभी मैंने बनाया नहीं है, उसको ओपन नहीं किया। और ना ना करे ना यार, ये करना जरूरी है भाई। जी 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 जी, मैं उसको आज करता हूँ, लाइव उसको करके उसका बैठा ऑप्शन करें देता जिया हूँ। भाई, हम हाँ लोग आया हाँ, ये करेंगे लाइव है ना, इंशाल्लाह। जब वक्त मिले लाइव बस चला के बैठ जाए। हाँ, अच्छा 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 अच्छा, चले सही है, ठीक है, मैं वो कर लूंगा, ऑप्शन मेरे पास आया हुआ है, अब मैं ये उसको देखो देख ना, लेता अब हूँ। देखो ना कि फॉर एग्जांपल अभी मेरी लाइव ये बंद हो जाए, तो भाई आप हम्म, शुरू कर लो, ठीक है जी जी, जी 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 आपकी जी आपकी लाइव रिपोर्ट हो जाए तो ये बूटा साहब शुरू कर दे, ये तरीका कार है ना जी। हाँ जी, जी 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 जी, बिल्कुल 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 सही कह रहे हैं मुफ्ती साहब। हाँ जी, ऐसा ही है, तो रुकना नहीं चाहिए, चिल्ला काम सिस्टर रुकना आई है नहीं चाहिए। मुफ्ती साहब नीचे। जी मैंने जो असल में अच्छा, मुफ्ती साहब बनाया था ना टिकटॉक, ये मुलेदीन के रद पर बनाया था बहुत पहले, तकरीबन 4-5 महीने हो गए। तो इंडोनेशिया के अंदर मुलेदीन भी हैं और ये भी हैं, अपना ईसाई भी हैं, इनके रद पे मैं काम कर रहा था, तो उसकी वजह से मेरे फॉलोअर बढ़ गए। अच्छा ये है। अच्छा अच्छा अच्छा, ये बाजी चंदा भी आ गई हैं। अच्छा, गुजारिश है भाई, डबल टैप करो, रिपोर्टिंग हो रही है भाई। जी जी, मैं कर हाँ रहा हूँ मुफ्ती साहब, मुस्तकिल मेरा हाथ जो है ना वो आपकी स्क्रीन पर है। जी, ज़बरदस्त हो गया। ਮਿਹਰਬਾਨੀ ਸਾਰੇ ਡਬਲ ਟੈਪ ਕਰੋ, ਸ਼ਰੀਕ ਰਿਪੋਰਟਾਂ ਬੜੀਆਂ ਮਾਰਦੇ ਨੇ ਪਏ। आ, अस्सलाम शुक्र। वालेकुम। वालेकुम वालेकुम अस्सलाम। वालेकुम अस्सलाम अस्सलाम। वरहमतुल्लाह। जी बाजी। हाँ जी, कैसे हैं मुफ्ती साहब? बूटा भाई जी कैसे हैं आप? ठीक अल्हम्दुलिल्लाह, हैं? जी दुआ अल्हम्दुलिल्लाह जी। सिस्टर आप सब। हाँ तो जी जी। बाजी मुफ्ती आप साहब मसरूफ़ मैंने तो नहीं है? नहीं नहीं, बस आधे घंटे तक जाना है जॉब पे भाई। अच्छा जी, चलें फिर ये बात हो रही थी कि वो कादियान के जो मर्द हैं वो जी दूध देते हैं, तो ये हाँ हवाला भी जी। मैंने अभी दिखाया है, तो चलो आपकी मौजूदगी में ही उसको मैं ऑन करता हूँ। तो ये ज़रा रुकिए, तो ये ये हवाला है, ये देखिए, ये हवाला मैंने अभी इसके ऊपर तबसरा कर रहा था। ये है जी जनाब, रूहानी खजाइन, जिल्द 2 सफ़ा 99 है, और इसके अंदर ये सारा लिखा हुआ है जी। बूटा भाई माइक म्यूट करे हो भाई, जी जी। आवाज़ आ रही है। तो बाजी इसके ऊपर जिक्र कर रहा था कि ये कादियान के मर्द जो एक वक्त तक दूध देते रहे हैं, तो क्या अम, आप तो इस कल्ट से निकल के आई हैं, तो क्या ये पहले कभी सुना था आपने कभी?
बिल्कुल मैंने सुना था कादियानियत में, लेकिन ये जो इसने लड़के का नाम लिखा है ना कि अमीर अली, वो सैयद लड़का था। इसको सैयद से भी कोई मसला था, इनको सादात फैमिली से भी मिर्ज़ा कादियानी को कोई मसला था, अच्छा। क्योंकि इसने एक जगह पे लिखा है कि सादात का ज़कात लेना वाजिब है, सीरतुल महदी में ही है। और इसको मसला था कोई, इसलिए इस तरह की बात करता था। और वैसे जो कादियानी मर्द है ना, मैं, आप मेरे भाई हैं और उस्ताद मोहतरम हैं, मुझे शर्म से ये बात कहनी पड़ रही है कि जब इनकी शादियां होती हैं ना, तो इनकी जो जैसे बीवियां होती हैं ना, वो अक्सर बहुत ज्यादा रोती हैं कुछ दिनों के बाद, क्योंकि इनके मर्द जो हैं वो कहते हैं कि हमारी मतलब ये प्यार का हिस्सा है छाती को ऐसे करना, कि हाँ औरत करे तो फिर वो, आप जवान होते हैं, मुझे शर्म आती है, मैं ऐसी बात नहीं कर सकती हूँ, हाँ 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 लेकिन हाँ हाँ ये हाँ। बात हमने अपने बचपन से ही सुनी है कि मतलब फिर मारते कुटते भी हैं जो औरत ऐसे ना करे ना, कि वो इनके एक मजे का हिस्सा है। बहुत शर्म से उस्ताद मोहतरम, सॉरी। ओहो, हालांकि हम मर्द हैं तो ये कोई ऐसी चीज़ ही नहीं कि इससे कुछ लुत्फ मिलता हो, या मतलब बंदे की कोई जी कोई उस्ताद मतलब। मोहतरम, मुझे शर्म आती है, मैं बस इससे ज्यादा हाँ नहीं हाँ, मैं कुछ समझ रहा हूँ, कहूंगी। मैं भी लेकिन मैं अपने घर में, मैंने अपने हम्म, भाभीियों को, अपने रिश्तेदारों में ये अपनी बचपन में से ही सुना है कि जब वो शादियों के बाद, क्योंकि लड़कियां भोली भाली गांव की या इस तरह या रोटी पकाने वाली, उनको नई तरीके पता होते, तो फिर ये इनके तरीकाकार का हिस्सा है कि आप मतलब मर्द की वो करें ओहो, इस तरह। अच्छा जी। अच्छा अच्छा अच्छा, तो ये लज्जत देखने, महसूस होती है, ये ये मिर्जा नया एक कादियानी का। इंकिशाफ हुआ है, हाँ जी, ये नया। हाँ जी, हाँ जी। ठीक हो गया, ठीक हो और गया। कोई भी ये मुरब्बी वगैरह कोई भी इस चीज से कभी भी नहीं इनकार कर सकते कोई भी, क्योंकि वो कहते हैं कि ये एक लुत्फ का तरीका है, कार है। असल में ना पता है क्या, जो दरख्त होता है ना जी बाजी, वो अपने बीज से वो दरख्त पहचाना जाता है कि जिस किस्म का बीज होना है ना, तो दरख्त आगे से वैसा ही होना है। हाँ जी। जी तो अगर तो बीज कोई फूलदार पौधे का है, तो वो आगे तो फूलदार ही निकलेगा ना। अगर कोई वो जी। जनाब कोई झाड़ीदार पौधे का बीज है, तो ऊपर से झाड़ी ही निकलनी है। तो ये बिल्कुल असल में कि ये असल में बुनियाद इनकी जो है ना, इन इसकी जो जनाब इनका जो तुखम है, वो तुखम है मिर्ज़ा कादियानी। वो जी जो है वो ही जनाब उसकी ज़िंदगी लुथड़ी हुई है इन गंदे कामों के अंदर। गंदे कामों में उसकी ज़िंदगी लुथड़ी हुई है। आप अंदाज़ा कीजिए कि आपने भी बाजी किताबें पढ़ी हुई होंगी मिर्ज़ा कादियानी की या सीरतुल महदी वगैरह, जी सारी कि यकीन जाने मैं आजज मुबालगा नहीं कर रहा, मैं 30 लड़कियां मैं गिनवा सकता हूं जो मिर्ज़ा कादियानी के घर में रहती थी गैर महरम। जी जी उनमें कुछ रंडियां थीं, कुछ जनाब मुतलकात थीं, और कुछ नौजवान बच्चियां थीं। हत्ता के मिर्ज़ा कादियानी उनसे हर काम लिया करता था। वो उसके कमरे ख़ास की सफाई सुथराई, उस मिर्ज़ा कादियानी के बिस्तर की सफाई सुथराई, उसको दबाना, उसकी मसाज करना, उसके हत्ता के मिर्ज़ा कादियानी को दिन और रात में 100 दफ़ा टट्टी मुतर आता था। उसने लोटा उठाने के लिए भी एक लड़की रख ली थी जी कि जो जी लोटा पानी भरा करती थी। फिर जनाब उसका रात को पहरा चौकीदारा देने के लिए उसने लड़कियां रखी हुई थी। हत्ता के वो पागल किस्म की लड़कियां भी उसने रखी हुई थी। और वो ऐसी ऐसी लड़कियां काम करती थीं
کہ جو سامنے ننگی ہو جاتی تھیں، آپ اندازہ کیجئے کہ حالانکہ ایک شریف انسان کے لیے یہ چیزیں یہ ممنوع ہیں کہ وہ غیر محرم لڑکیوں کو یا مطلب بیوہ کو یا مطلب یہ کہ متعلقہ کو دیکھے، اس کو قریب رکھے، گھر میں رکھے. یہ عام سے شریف عام انسان جو بالکل دنیا دار ہے اس کے لیے یہ نازیبا حرکت ہے. چے جائے کہ کوئی مسلح امت ہو یا کوئی عالم ہو یا کوئی پیر ہو یا کوئی اس طرح کا وڈیرا ہو، تو اس کو وہ جب یہ کام کرے نا جی، تو لوگ کہتے ہیں یہ بندہ کوئی فراڈیا آدمی ہے، یہ بندہ صحیح نہیں ہے. اور چے جائے کہ نبی اور رسول کا دعویٰ کرنے والا معاذ اللہ استغفر اللہ، ہمارے نزدیک مسلمانوں کے نزدیک تو نبوت کا دروازہ منقطع ہو گیا ہے، بند ہو گیا ہے، لیکن قادیانی تو اس کو نبی رسول ہی مانتے ہیں نا. اور بالکل استاد محترم، یہ جو ہے نا ان کا طریقہ کار، جیسے ان کا گھروں میں طریقہ کار، وہ ایسے ہی ہوتا ہے. یہ اچھا محسوس کرتے ہیں کہ ہم درمیان میں بیٹھے رہیں اور عورتیں اور لڑکیاں ہمارے گرد گھومتی رہیں، کیونکہ مرزا قادیانی کے لٹریچر کے مطابق وہ کہتے ہیں کہ یہ جو 72 حوروں والا مسئلہ ہے نا، یہ مولویوں نے دل خوشی کرنے کے لیے بنایا، اس کا کوئی حقیقت سے تعلق نہیں ہے. آپ دنیا میں ہی 72 73 استعمال کر کے جائیں. اوئے ہوئے اوئے ہوئے ہوئے. جی، کیونکہ مرزا کا جو بیٹا ہے نا، مرزا بشیر الدین محمود، اس نے کہا تھا کہ میں وہ ہوں مسلح موعود جو 1400 سال سے کنواری لڑکیاں میرا انتظار کر رہی تھیں، اور اگر اسے روزانہ ایک نہیں مطلب بچی 13 14 سال کی ملتی تھی تو وہ اپنی بیویوں کو مارنے کو دوڑتا تھا. السلام علیکم جی وعلیکم السلام. سر دی معذرت دے نال میں مسلمان ہاں، کوئی قائدیانی نہیں ہے، اللہ دی لعنت ہوے انہاں تے. لیکن اے ساڈی بھੈਣ بٹھا کے انج دیاں گلاں نہ کرو، مقابلہ دشمن نہ جرت نہ کریدا. ساڈے کو اچھا جی باجی آپ جاری رکھیں. ہاں جی، تو یہ ان میں نا مرزا قادیانی میں جو میں ذہنی طور پہ سمجھتی ہوں نا، ایک چیز ہے کہ جیسے مغلیہ اس کے دماغ میں نا، جیسے مغل مغل مغل، جیسے کہ کوئی مغل امپائر نہیں اس کے دماغ میں، اس نے کوئی سٹوری سن لی ہوتی. اور یہ چیز جو ہے میں نے اپنے بھی خاندان میں جو مغل تھے نا، میں نے اپنے بھی خاندان میں دیکھی ہے کہ ہم مغل ہیں، ہم نے اتنے 100 سال دنیا پہ حکومت کی ہے، ہم پھر حکومت کرنے لگ جائیں گے. یعنی کہ دین کا تعلق نہیں ہے، ایک اچھا سوچ باجی ہے ایک ان منٹ کی ایک منٹ. مغلیہ. جی یہ قادیانی مربی کہہ رہا ہے جی یہ جھوٹ اور جھوٹوں پہ لعنت. تے آؤ نا پتر لائیو آؤ نا میرا بچہ، او میرا پتر جی بلونگڑا جی آؤ نا سامنے آؤ. ایلے میں تینوں کال کرن لگا ہوں، انوائٹ کیتا ہی آ میرا پتر. آ جاؤ نا ذرا، آ جا جلدی آ جا میرا پتر. کال چکو مربی جی. کیڑا جھوٹ ہے سانو دسو بھی تے صحیح نا جی. اور فلاں مفتی چیز صاحب، جھوٹ. جی میں آپ کو پتہ ہوگا کہ یہ قرآن پاک کی چھوٹی چھوٹی آیات کو لیتے ہیں، بس وہ میں نے دکھانی تھی کہ دوسرے جو سن رہے ہیں ہمارے بہن بھائی ان کو پتہ چلے کہ قرآن پاک کا ان سے کوئی تعلق نہیں ہے. قرآن پاک کی چھوٹی چھوٹی آیات کو مرزا قادیانی نے اٹھانے کا کہا ہے، اور ان پہ بحث مباحثہ کرنے کا، ان کو الٹا الٹا کے پھیرنے کا، کہ مسلمان جو ہے نا وہ سمجھیں کہ یہ بڑے نالج والے لوگ ہیں. بس میں یہ بک دکھا دوں تاکہ جو سننے والے سمجھ جائیں کہ یہ کس طرح مربی بنتے ہیں، قرآن پاک کو کس طرح استعمال کرتے ہیں. میں جی دکھاتی جی. ہوں. ہلو مائک میوٹ کریں مربی بھائی صاحب، علی اصغر صاحب. یہ ان کی کتاب ہے روحانی خزائن کا، یہ چیپٹر ہے اسلامی اصول کی جی فلاسفی. فلاسفی ہاں مرزا جی. کا مرزا قادیانی نے کا کہنا ہے یا سوچنا ہے یا ماننا ہے
کہ آپ اس طرح سے قرآن کو پڑھ لیں تو آپ فلاسفر بن جائیں گے اور آپ کو کوئی ہرا نہیں سکے گا. یہ ان کی اپنی کتاب ہے، کسی مولوی کی نہیں ہے. میرے پاس وہ لٹریچر سارا موجود ہے جو مربی حضرات پڑھتے ہیں. تو یہ دیکھیں کہ یہ سلطان القلم آگے ان کا جو ہے، تو یہ اس نے کہا ہے کہ آپ اس کو پڑھ کے فلاسفر بن جائیں گے اسلام کے، تو آپ پوری دنیا کو نا پھر پکڑ پکڑ کے الٹاتے پلٹاتے رہیں گے. یہ سوال و جواب ہیں. جس طرح یہ دیکھیں، یہ قرآن پاک کو بحث کرنے کے لیے استعمال کی گئی ہیں آیات. تو اگر کوئی بھی قادیانی مطلب سوچتا ہے کہ وہ ان کے مربی کیسے بنتے ہیں، یہ دیکھیں قرآن پاک کو سوال جواب کرنے کے لیے رکھا ہوا ہے. اس کی میں آپ کو دکھاتی ہوں کہ یہ دیکھیں چھوٹی چھوٹی آیات ہیں، کدھر سے لی ہیں؟ سورہ حشر کی. اب مسلمان کو یہ پتہ ہی نہیں ہوگا، جو دکان پہ بیٹھا ہے، جو ریڑی لگا رہا ہے، کہ یہ کدھر سے قرآن پڑھ رہا ہے. دیکھیں سورہ فاتحہ ہے، مالک یوم الدین، بس اتنی سی پڑھ لو اور اس پہ بحث کرو. سورہ حشر ہے، سورہ یہ دیکھیں یہ ساری چھوٹی چھوٹی آیات ہیں. تو سورہ بقرہ کی چھوٹی سی آیات ہیں، چھوٹی چھوٹی کو پکڑ کے پھر مرزا قادیانی نے یہ مطلب آیت سمجھایا. نہیں، آیت نہیں، آیتوں کے جز، آیتوں کے جی جز. بالکل. جی. پھر یہ آگے بتایا ہے کہ آپ نے کس طرح سے فلاسفی جھاڑنی ہے لوگوں کے سامنے، تاکہ لوگ جو ہے سیدھے سادے دیہاتی ماحول کے آپ سے کس طرح متاثر ہوں. یہ دیکھیں سورہ فجر کی آیت ہے، یہ دیکھیں چھوٹا سا، اس کے اوپر یہ پورا گھمانے پھرانے کا کام. یہ دیکھیں سورہ، یہ ساری صورتیں جو ہے نا ان کو اندر سے لے لیا، یعنی کہ قرآن کو اپنے مقصد کے لیے تھوڑا تھوڑا لے لیں اور باقی جو ہے چھوڑ دیں اور اس پہ بحث مباحثہ کریں. سورہ حدید، اب جو نارمل انسان ہے وہ کہاں دکان پہ بیٹھا اسے پتا ہے کہ یہ سورہ حدید کی آیت میں کیا ہے. یہ تو مولوی حضرات اور مفتی حضرات جانتے ہوں گے نا. لیکن یہ جو جب عام آدمی سنتا ہے کہ اچھا یہ دیکھیں ایسے گھمانا ہے علم کے درجے، یہ صرف مسلمانوں کو زچ اور ڈچ کرنے کے لیے آپ نے یہ مطلب پڑھنا ہے. اور یہ باقی آگے سارا اس نے کر کرا کے اس کا کنکلوژن یہ کیا ہے. یہ دیکھیں سورہ شعراء کی آیت ہے، یہ کوئی بھی قادیانی خود بھی پڑھ سکتا ہے کہ آپ اس طرح گھماتے پھراتے ہیں دنیا کو. بس اتنا سا لکھ لو، پڑھ لو اور اتنی سی بحث کر دو، لوگ سمجھیں گے بھئی بڑا فلاسفر ہے، یہ تو بہت ہی فلاسفر ہے. اور اس کا اینڈ کا جو پیج ہے نا اس بک کا، وہ کنکلوژن اس نے یہ دیا ہے کہ نبی پاک صلی اللہ علیہ وسلم کی جنگوں کی غرض جو تھی وہ اس زمانے کے لیے تھی، لیکن میرا جو یہ مقصد ہے نا وہ قلم کے ساتھ ہے. مطلب میں اب پڑھے لکھے طریقے سے دنیا کو الٹا الٹا کے ماروں گا اور جو ہے نا کوئی نہیں بچ سکتا میرے اس علم سے. اور یہ والا کام تو میں کہتی ہوں کوئی لا دین بھی نہیں کر سکتا ہے کہ آپ کے قرآن سے چھوٹی سی آیت لے لے اور اس کو گھماتا پھراتا رہے اور مسلمان بیچارے کو پتہ بھی نہ ہو کہ میرے ساتھ ہو کیا رہا ہے، یہ کدھر سے لے آئے ہیں. ہے قرآن ہی ہے، بالکل قرآن، لیکن دیکھیں آگے بحث کرنا ہے. بس یہ ان کا کام ہے اور یہی یہ پڑھ کے تیار ہوتے ہیں یہ گھمانے پھرانے کے لیے. یہ نہیں تو یہ کہا تھا، یہ نہیں تو یہ کہا تھا، اور بس یہ چیزیں، بس یہ میں نے دکھانی تھی مفتی صاحب. ہاں ہاں جی بالکل باجی، آپ بالکل بجا فرما رہی ہیں. ایسے ہی ہے جی کہ اسلامی اصول کی فلاسفی، یہ اوپر لکھا ہے جی سلطان القلم. جی سلطان القلم ہے یہ کہ جو اتنی موٹی موٹی گالیاں وہ جناب لکھتا رہا ہے اپنے تو قلم یہ سے. پڑھنے کے بعد ان کو قرآن پاک پڑھنے کی کیا ضرورت ہے مفتی صاحب؟ جب انہوں نے دلائل اور سارے کچھ بحث کے لیے قرآن پاک کی آیات اٹھا لی. اب مجھے تو مفتی صاحب نے بتایا تھا بچپن میں کہ آپ نے بیٹی پورا قرآن پڑھنا ہے، لیکن ان کا مرزا کہہ رہا ہے کہ بس اتنی سی آیات پڑھو، فلاسفر بن جاؤ اور مسلمانوں پہ تم غلبہ حاصل کر لو گے. یہ باتیں ہیں جو ہمارے مسلمانوں کو پتہ ہونی چاہیے کہ یہ قرآن پاک کو کس طرح اپنے مقصد کے لیے استعمال کرتے ہیں. بس شکریہ. جی بالکل آپ ہاں بجا فرما رہی ہیں. صحیح ہے. ان کا کوئی تعلق نہیں ہے اسلام سے،
نہ ان کا کوئی تعلق ہے قرآن سے، یہ صرف اور صرف جناب اسلام کو بدنام کرنے کے لیے انہوں نے یہ اپنا کلٹ بنایا تھا، جو کہ جناب یہودیوں کی یہ سازش سے یہ کلٹ مارد وجود میں آیا، اور برطانیہ اور ملکہ وکٹوریہ کی جناب سازشوں سے یہ کلٹ مارد وجود میں آیا۔ اس کی کوئی حقیقت نہیں ہے، کچھ بھی نہیں ہے، ان کی تمام ایکٹیویٹیز اسلام مخالف ہے۔ یہ ان میں سے کئی آیتیں تو وہ ہیں کہ جو تذکرہ کے اندر آپ کو مل جائیں گی، کہ مرزا جی قادیانی کہتا ہے کہ وہ تو میرے اوپر نازل ہوئی ہیں۔ ہاں جی بالکل بالکل، اور اس نے یہ تو آسانی پیدا کر دی نا مفتی صاحب، قرآن پاک ایک وسیع کتاب ہے، اسی لیے جب ہمارے بچے مدرسوں میں 4-5 سال کے لیے 4-5 سال کی عمر میں جاتے ہیں نا، تو یہ کوشش کرتے ہیں کہ ان بچوں کے کان میں ڈالیں کہ دیکھو یہ تو بہت بچاروں پہ ظلم ہو رہا ہے، بہت، جیسے مسلم کالونی ہے نا روا کے پاس، مطلب میرے سسرال ہیں ادھر، تو ادھر مدرسہ ہے، تو ادھر انہوں نے نا شام کے ٹائم اپنے بچے لڑکے بھیجنے کہ دیکھو تم تو 4 سال کے، تمہارے ماں باپ کیسے ہیں، ظالم ہے تمہارے ماں باپ، چھوڑو پرے۔ وہ بچوں کے ذہن میں ایسا ڈالتے ہیں کیونکہ ان کو پتہ ہے کہ ہم نے پورا قرآن پڑھنا نہیں ہے، ہم نے تھوڑی تھوڑی آیات پڑھ کے تو دنیا کو گھماتے پھراتے رہنا ہے بس۔ بالکل ایسے ہی، جی بالکل ایسے ہی ہے، جی، آپ بالکل بجا فرما رہی ہیں کہ تو مسلمان ہائپر ہوتا ہے کہ مسلمان اپنے آپ کو فیل کرتے کہ ہم جاہل ہیں یا ہم پڑھے لکھے نہیں ہیں۔ مسلمان اگر سورہ فلق سورہ ناس پڑھے گا پوری پڑھے گا، سورہ حجر پڑھے گا پوری پڑھے گا، اس کا شان نزول پڑھے گا، اس کے معارف پڑھے گا، وہ زمانہ کیا تھا جب اتری، جیسے سورہ لہب ہے، وہ سورہ پاک کی چچا ہیں ان پہ اتری اور ویسے ہی ہوا۔ لیکن جب میں اندر سے ایک آیت لے لوں گی اور کہوں گی کہ ابو لہب کی بیوی جو ہے وہ بالن چکنے والی تھی، تو وہ تو پھر اس کا وہ جاتا ہی رہا نا، مزہ ہی جاتا رہا۔ یہ اس طرح کرتے ہیں مسلمانوں کو، ایسا لگتا ہے کہ ہم جاہل ہیں، ہم پڑھے لکھے نہیں تھے، ہائے ہمارے ماں باپ نے ہمارے ساتھ کیا کیا۔ نہیں، آپ کے ماں باپ نے آپ کو سیدھی سیدھی تعلیم دی، اچھے برے میں تمیز دی، ٹھیک ہے، لیکن یہ لوگ ایک خاندانی بنیادی طور پہ غدار ہیں، اور چھوٹی چھوٹی آیات کو لے کے یہودیوں کی طرح آپ کے اوپر چڑھ دوڑتے ہیں کہ نہیں ایسے نہیں تو ایسے۔ بالکل ایسے ہی ہے، اور بالکل قرآن ایسے ہی ہے۔ پاک آپ نے مجھے کہہ دیا مفتی صاحب، آپ نے مجھے کوئی آیت بتا دی، میرا مقصد ہے کہ اس کو سن کے اطاعت کرنا، خاموش ہو جانا، کیونکہ لیکن جب قرآن پاک کے اندر سے مجھے کوئی آپ آیت بتائیں گے، اندر سے نا مجھے پتا ہوگا نا، مسلمان کہے گا دیکھو کتنے علم والے لوگ ہیں یار، کتنا ایجوکیٹڈ لوگ ہیں، چلو ان کے پیچھے لگ جائیں۔ ایسے ہی ہے جی، ایسے یہ بولے والے لوگوں کو گھیرتے ہیں نا، یہ لوگ بس بس بولے یہ والے بات ہے۔ لوگوں کو گھیرتے ہیں کہ جن کو پتہ ہی نہیں، جن بیچاروں کو بنیادی چیزوں کا علم نہیں ہوتا۔ آج تو یہ یقین جانے ایسا دور ہے کہ نماز پڑھنے کے لیے سب سے پہلے طہارت کی ضرورت پیش آتی ہے، وہ طہارت تک کے مسائل کا نہیں پتہ، یہ وہ قوم ہے ہماری، ٹھیک ہے نا۔ جی آپ خود بالکل اندازہ کر لیں کہ وہ بڑا مشہور ایک سیاستدان ہے، تو اس کا جب ٹیسٹ یہ ہوتے ہیں نا، ٹیسٹ ہوتے ہیں سیاست کے، تو یوٹیوب کے اوپر ویڈیو بھی موجود ہے، تو اس سے پوچھا کہ بھائی غسل کے کتنے فرض ہیں، تو وہ پتہ نہیں بتا رہا تھا کہ پانی، صابن اور تولیہ۔ اب جی یہ والی صورت جب ہوگی، یہ جب دنیا کے پڑھے لکھوں کے اندر ایسی دین کی ان کو بنیادی چیزوں کا جب علم نہیں ہوگا، تو آپ اندازہ کر سکتے ہیں پھر مذہب کے نام کے اوپر یہ جو جال پھیلایا گیا ہے وہ پھر کیسا ہوگا۔ جی بالکل بالکل، اور
اور مفتی صاحب یہ بھی تو ایک حکار ہی ہے نا کہ ایک قسم کا کہ علیہ اللہ بھی کافن عبدہ، بس مجھے اور کوئی ضرورت نہیں ہے، میرے لیے اللہ کافی ہے۔ تو یہ جو ہے میں سمجھتی تھی کہ یہ مرزا قادیانی کو الہام ہوا ہے، لیکن اتنے سال گزر گئے نا مفتی صاحب، تو ادھر نا اب تعداد بڑی ہے افغانستان کی نا، اب جب سے آئے کرائسس، تو افغانستان کو انہوں نے رائٹ دیا ہے یورپ نے کہ آئیں یہ بھی آ کے ہارڈ ورک کریں، کام کریں۔ تو افغانستان کے بندوں کے ہر کے ہاتھ میں نا وہ انگوٹھی ہے علیہ اللہ بھی کافن عبدہ کی۔ تو جب ان کا وہ شہزادہ، وہ کہتے ہیں شہزادہ تھا وہ عبداللطیف مولوی، وہ مارا تھا، انہوں نے سنسار کیا تھا، تو اس کے ہاتھ میں بھی تھی وہ انگوٹھی۔ وہ مرزا قادیانی نے انگوٹھی پہ نظر رکھی ہے اور علیہ اللہ بھی کافن عبدہ کے پیچھے لگا دیا سب کو۔ تو مجھے اتنے سالوں کے بعد سمجھ آئی کہ یہ بھی اس کا روند تھا، یہ تو اس نے افغانستان سے کاپی کی تھی بات، علیہ السلام بھی کافن عبدہ، اور پھر روتا رہا ہے کہ وہ مر ہی جانا تھا، اس نے تو انگوٹھی مجھے دے جاتا۔ تو پھر اس نے خود بنوائی تھی، جو یہ پہنتے ہیں نا انگوٹھی، خود بنوائی تھی۔ تو مطلب کہنے کا کہ میں کسی کو نہیں مانتا، بس چھڑ دو پرے، میں بس اللہ میرے لیے کافی ہے، ٹھیک ہے، بالکل ٹھیک ہے، لیکن یہ بھی ایک افغانستان کی کاپی ہے، کیونکہ افغانستان کے بندے کے ہر ہاتھ میں، ہر پٹھان کے ہاتھ میں وہ انگوٹھی ہے۔ یہ اصل میں وہ دیکھیے ابدہ سے مراد وہ اپنے آپ کو لیتا ہے نا مرزا جی قادیانی۔ بالکل بالکل ہاں، بالکل اس نے اس کو چسپاں کر لیا اپنے اوپر۔ تذکرہ کے اندر بھی یہ اس کی یہ شیطانی بھی نہ لکھی ہوئی ہے۔ تو وہ عبدہ سے مراد اپنے آپ کو لیتا ہے، یعنی میرے خدا نے مجھے کہا ہے کہ اے مرزا قادیانی کیا میں تیرے لیے کافی نہیں ہوں؟ تو وہ یہ بالکل یعنی بالکل سمجھ رہے ہیں نا، یہ ماجرا ہے۔ بالکل یہ جو اپنے آپ کو احمدی کہہ رہے ہیں یا حضرت احمد علیہ السلام کہتے ہیں، اس سے مراد وہ مرزا قادیانی کو لیتے ہیں نا۔ ہر قادیانی جی کے نام کے آگے احمد لکھا ہوتا ہے، تو وہ احمد سے مراد میرے آقا صلی اللہ علیہ وسلم مراد تھوڑی ہیں، وہ تو مرزا قادیانی کو کہتے ہیں نا کہ مرزا قادیانی ہے احمد۔ تو اب یہ لوگوں کو دھوکہ دیتے ہیں، فراڈ کرتے ہیں، ہاں جی، اسی نسبت سے یہ اپنے آپ کو یہ احمدی کہلوانے کی کوشش کرتے ہیں جی۔ تو یہ تو کہتے ہیں جی ہمیں تو احمدی کو قادیانی نہ کہو، مرزئی نہ کہو، یا یہ نہیں، گالی سمجھتے ہیں اس کہ نے تو جو قادیانی اپنے ساتھ لگایا ہے نا، مرزا قادیانی نے تو قادیانی ہی اپنے لیے یہ لگایا ہے۔ تجویز کیا۔ ویسے بھی نا باجی یہ کیا اس کا نام ہے، یہ یائے نسبتی لگی ہوئی ہے، تو تم لوگوں کو تو خوش ہونا چاہیے کہ تم لوگوں کو ہم تمہارے مرزے کی طرف منسوب کرتے ہیں، ہاں جی جی، نسبت دیتے ہیں، یعنی تم مرزے والے ہو بھائی۔ جی ہمیں کوئی محمدی اگر کہے تو بھائی ہمیں تو خوش ہونا چاہیے، مسلمان خوش ہوتے ہیں۔ مسلمان کو کبھی تم نے چڑھتے ہوئے دیکھا ہو کہ دیکھو جی ایک مسلمان کو محمدی کہا تو وہ آگے سے چڑھ گئے کہ لو جی اس نے آگے سے مجھے محمدی کہا ہے؟ نہیں، جی خوش ہوگا یہ مسلمان۔ چڑھتے ہیں۔ ہاں، تو یہ چڑھتی ہیں کہ تم نے ہمیں ہمارے منہ بولے اور خود ساختہ نبی کی طرف منسوب کیوں کی ہے؟ جی بالکل ہاں بالکل۔ جی، عجیب سی قوم ہے، عجیب سی یہ قادیانیت مرزیت۔ استاد محترم، اگر میرے خیال سے اگر یہ آئین پاکستان کو ماننا شروع کر دے نا، اور اقلیت اپنے السلام آپ کو علیکم ورحمۃ اللہ وبرکاتہ۔ وعلیکم السلام۔ وعلیکم وعلیکم السلام۔ السلام۔ یہ پہلے ہماری بہن گفتگو کر رہی ہیں، خاموشی سے سنیں۔ ذیشان صاحب جی مائک میں میوٹ تو کریں، ذیشان صاحب مائک میوٹ کریں۔ جی باجی آپ بات جاری رکھیں، میں جی وقت پر نا ان کو خود میرے خیال سے مفتی صاحب اگر یہ اپنے آپ کو اقلیت تصور کر لے نا کہ ٹھیک ہے، ہم اتنے سال سے حکومت سے مقابلہ لگا کے بیٹھے ہیں، ہم ووٹ بھی، کیونکہ یہ ضد میں آ کے ووٹ بھی نہیں ڈالتے نا،
पाकिस्तान के लिए अगर थोड़ा सा ये लचक खा जाए, अपना एक्सेप्ट कर लें, अपनी इबादत खानों को इबादत खाने का दर्जा से समझ लें, बाकी कौमें भी तो रह रही हैं, तो मेरे ख्याल से मुफ्ती साहब इनके लिए अपने लिए आसानी और सुकून हो जाएगा। इसलिए कि बच्चे जो है ना, बच्चों का कोई कसूर नहीं होता, वो डिप्रेशन का शिकार होते हैं जब वो बाहर के मामलात में जाते हैं, तो वो बेचारे जाएं किधर। तो मेरे ख्याल से अगर ये हुकूमत पाकिस्तान का जो आइन है उसको एक्सेप्ट कर लें और एक अच्छे बीबे बच्चे बन के रहना शुरू करें, तो इनकी अपनी जिंदगी के लिए अच्छा है। शुक्रिया, बात हाँ कीजिए। हाँ बिल्कुल ऐसे ही है। देखिए पाकिस्तान के अंदर इनको निकाला तो नहीं गया, जी आज तक मैंने नहीं कोई ऐसा कोई कानून या लॉ ऐसा नहीं देखा कि जिसके अंदर ये कानून बना हो कि देखो जी कादियानियों को पाकिस्तान से निकाल दो। हालांकि सिंपल एक बात हुई है कि जैसे ईसाइयों को पाकिस्तान के अंदर गैर मुस्लिम अक़लियत डिक्लेयर किया गया है और हिंदूज़ को गैर मुस्लिम अक़लियत डिक्लेयर किया गया है पाकिस्तान के अंदर, ऐसे ही पाकिस्तान के अंदर यहूदी भी रहते हैं और कराची के अंदर बाकायदा यहूदियों की एक कॉलोनी है। तो जी यहूदियों को गैर मुस्लिम अक़लियत डिक्लेयर किया गया है, तो सेम इसी तरीके से कादियानियों को भी गैर मुस्लिम अक़लियत डिक्लेयर किया गया है। बस कभी नहीं आपने सुना होगा कि किसी हिंदू ने उठ के चैलेंज किया हो और नारे लगाए हों और जनाब कोई स्टेटमेंट दी हो कि देखो जी पाकिस्तान की गवर्नमेंट ने या पाकिस्तान की असम्बली ने हमें गैर मुस्लिम अक़लियत करार दे दी है और ये हमारे साथ नाइंसाफ़ी हुई है, तो ये गलत हुआ है। कभी नहीं सुनेंगे आप। जी बिल्कुल। बल्कि मुफ्ती साहब आपको याद होगा कि एक हिंदू जो था वो चीफ जस्टिस भी बना था, तो हाँ यूरोप जी, ने उसको बहुत ज्यादा पसंद किया था। कि हमने तो सुना था कि पाकिस्तान में कोई और मजहब का नहीं बन सकता, लेकिन ये इसने मुस्लिम लॉ पढ़ा है तो ही चीफ जस्टिस तक पहुंचा है। यूरोप ने बहुत सराहा था उस वक्त में पाकिस्तान को। नहीं अभी भी हमारी फौज के अंदर, हमारे बड़े बड़े इदारों के अंदर बड़े बड़े ऑफिसर्स हैं जो गैर मुस्लिम हैं जनाब। वो क्या इसका नाम है, ईसाई भी हैं और जी बिल्कुल। हिंदूज हैं, सिख हैं, बहुत बड़ी सिखों की तादाद पाकिस्तान में रहती है। तो इसी तरीके से कादियानी भी हैं, कादियानी भी भाई बड़े बड़े इदारों में बड़ा कुछ लगे हुए हैं जी जी पाकिस्तान के बिल्कुल बड़े बड़े इदारों में। बिल्कुल लेकिन बिल्कुल असल में बिल्कुल। लोरा ये है कि ये कहते हैं कि हमें मुसलमान समझो बस और ये नहीं ना, अपना आप सरेंडर नहीं करते, सरेंडर नहीं करते, इसीलिए शरारतों में, अंदर ही अंदर शरारतों में आगे जाते हैं, लेकिन सरेंडर नहीं करते। वैसे मेरा जाती सा तजजिया है कि फिर आपके बच्चों की एजुकेशन, आप ज़हनी एक जो चीज़ होता है ना, ज़हनी तौर पे खिला होना कि हम पाकिस्तानी अच्छे शहरी हैं, हम पढ़ेंगे लिखेंगे, हम कौम की खिदमत करेंगे, तो फिर मेरे ख्याल से ये अपने बच्चों के लिए एक अच्छी माहौल क्रिएट कर सकते हैं। अब यूरोप से भी जब ये पाकिस्तान जाते हैं तो अपने बच्चों को डरा के रखते हैं, बाहर नहीं निकलना, उस शॉप पे नहीं जाना, फलानी दुकान पे नहीं जाना, मौलवी पकड़ लेगा। बट इस तरह के माहौल में जब आप रखेंगे तो बच्चे वो तैयार होके क्या सोचेंगे कि मौलवी इतने ही बुरे हैं, वो तो बेचारे अपने रोजी रोटी में लगे हुए हैं। मेरे ख्याल से इनके अपने लिए अच्छा हो जाएगा। मुफ्ती साहब आप दूसरों की बात सुनिए, मैं म्यूट जी करती हूँ। बिल्कुल ऐसा ही है। अच्छा ये हमारे कॉलर आए हैं एक आतिफ साहब जी, आतिफ साहब आप बात कर सकते हैं। आतिफ साहब माइक म्यूट हटाइएगा, बात कर सकते हैं आप। मोहतरम आतिफ साहब नाराज हो गए हैं आप? अस्सलाम वालेकुम जी। नहीं नहीं, मैं क्यों नाराज होऊंगा भाई। जी फरमाइए, आपने कॉल की है। हाँ जी, क्या हाल चाल है आपका? ठीक है जी अल्हम्दुलिल्लाह, और सब खैरियत? बड़ा अल्लाह का फजल है जी। माशाल्लाह जी, बहुत अच्छी अच्छी बातें हो रही हैं। मैंने कहा मैं भी एक सवाल फेंक ही दूं बीच में। सवाल
سوال ویسے کرنے کی اجازت تو نہیں ہے. سوال کرنے کی اجازت نہیں ہے جی جی. تو پھر میں چلتا ہوں بھائی. اگر سوال کرنے کی اجازت نہیں ہے آپ لوگ پھر اپنی باتیں کریں. جی جزاک اللہ جی جزاک اللہ, بہت شکریہ جناب. تو اگلے دوست ہیں جی ذیشان سرور صاحب. جی جناب. السلام علیکم. وعلیکم السلام جناب. کیا حال چال ہے مفتی صاحب؟ اللہ پاک کو بڑا فضل ہے. اور سب حال احوال ٹھیک ہے؟ سب اللہ کا شکر. میں آپ کی باتیں سن رہا تھا. بالکل میری بہن بھی بہت اچھی باتیں کر رہی تھی کہ جو ہمیں بتا رہی تھی کہ ہمارے لوگ جو ہیں وہ علماء کرام سے ڈراتے ہیں کہ یہ ایسے ہیں یہ ویسے ہیں, یہ ان کو بس اپنا پڑا ہوا ہے. لیکن میں نے ابھی تک زندگی میں ابھی 23 سال کا ہوں, لیکن میں نے 23 سال کے عرصے میں نے سب سے زیادہ جو میں نے صحبت اختیار کی ہے وہ میں نے گاؤں میں پلے بڑھے ہیں تو وہاں کے اپنے علماء کرام کی ہے. لیکن مجھے نہیں آج تک کوئی ایسا مسئلہ مجھے ملا یا پھر ایسی کوئی بات ہوئی کہ میں نے ان سے پوچھی ہو, مجھے انہوں نے سیٹسفائی نہ کیا ہو. لیکن یہ لوگ ہیں, میں نے اکثر دیکھا ہے, یہ جو مرزا جیلمی ہے, ابھی اس کے بارے میں کیا بات تو مرزا قادیانی کی ہو رہی تھی, لیکن اس کے بارے میں بھی ایک ہے کہ یہ مولویوں سے ڈراتا ہے بہت کہ مولوی سے سوال کر لو, مولوی تاکہ پیچھے پہ جائے گا, مولوی تاکہ پیچھے پہ جائے گا, تسی تے کافر ہو, تسی تے یہ ہو, تسی تے مانتے نہیں, تسی تے انج کر دیو. بہت ساری باتیں اس کی ایسی. یار میں جا رہا تھا تو ایسے ہی بس میرے آیا کہ اب میں آیا ہوں تو میں بات کر کے جاؤں, تو مفتی صاحب نے تو مجھے بات کرنے سے ہی روک دیا. نہیں, مفتی صاحب نے بات کرنے سے اور نہیں روکا. بات اور سنیں, میں یہاں مفتی سے صاحب نے نہیں آپ کو سوال پوچھنے سے روکا ہے. بات کریں, اگر سوال آپ کا کوئی پوچھنے سے نہیں, موقف میرا ہے تو موقف پیش کریں. دیکھیں جی میری بات تھی کہ ہیں تو یہاں پہ سب ماشاءاللہ پاکستانی اور مسلم بیٹھے ہوئے ہیں. جی الحمدللہ. ہاں جی. تو کیا نام لیتے ہیں, بات تھی میری کہ یہ میں بہت عرصے بعد میں پاکستان کہیں میرا آنا ہوا, میں گیا, جا کے میں نے دیکھا پاکستان میں تو رمضان میں اتفاق ہوا کہ رمضان میں تو وہاں پہ رمضان کا احترام ہی نہیں ہے. تو جناب عاطف صاحب, آپ پاکستان میں جب ایک منٹ جی رکیے. پاکستان میں بالکل. ذیشان کون سی صاحب جگہ پہ تھوڑا بتائیں گے مجھے؟ ذیشان یار صاحب میں نے تو پاکستان میں اگر دیکھا لاہور میں, تو میرے خیال سے لاہور میں اگر ایسا ہے تو پورے پاکستان میں ہی ہوگا. عاطف صاحب جب آپ بولے تھے نا, مائک میوٹ کریں آپ, تو اسی وقت ہی میں سمجھ گیا تھا کہ آپ کیا چیز ہیں. تو اسی وقت میں نے آپ کو روک دیا تھا کہ میرا سوال ہے جی, میرا سوال سنو. تو جڑے ساڈے سوال نے وہ کدھر جانے نے جی, انہوں دے جواب کنے دینے نے, تو وہ کتوں لئیے جا کے. ہاں جی, اس لیے ہم نے پابندی لگائی ہوئی ہے سوالوں کے اوپر کہ پہلے ساڈے سوالوں دے جواب دیو تو پھر اسی تواڈے سوال سناں گے. سمجھ آئی کہ نہیں؟ بندہ دو بولدا ہے نا ساڈے نال, تو اسی انہوں بھانپ لینے ہیں کہ بندہ کی ہے. سمجھ آئی کہ نہیں؟ تو آپ آرام سے بیٹھے, سمجھ آئی کہ نہیں؟ پاکستان چ تانوں کیڑے نظر آندے نے پے اج, جیڑی مٹی نے تانوں پالیا تو تانوں وڈا کیتا, اوتھے تانوں اج کیڑے نظر آنے شروع ہو گئے نے. غدار تو آپ لوگ ہیں. جس مٹی نے آپ کو بڑا کیا ہے, آپ کو عزتیں دی ہیں, شہرتیں دی ہیں, آپ کو ایک نام دیا ہے, ہاں جی, اس وطن سے, اس مٹی سے آپ کو اب جناب کیڑے نظر آ رہے ہیں. شرم نام کی رتی برابر کوئی چیز نہیں ہے. پاکستان میں یہ ہے تو پاکستان میں یہ ہے تو پاکستان نے کی کیتا ہے تہاڈا, کی بگاڑیا تہاڈا؟ میں بھی باہر کے ملک میں بیٹھا ہوں, تو اس کا مطلب یہ تو نہیں ہے کہ ہم اپنے وطن کو بھول جائیں اور وطن کی بدخوئیاں کرنی شروع کر دیں. ہم سلیوٹ کرتے ہیں پاکستان کو, ہم افواج پاکستان کو سلیوٹ کرتے ہیں, پاکستان کی ذرہ ذرہ کو سلام کرتے ہیں. وہ ہمارا وطن ہے. حد ہو گئی ہے. پاکستان میں یہ, پاکستان میں یہ. تکلیف اصل میں تم لوگوں کو یہ ہے کہ تم لوگوں کو غیر مسلم اقلیت ڈکلیئر کی ہے پاکستان میں, اور السلام اب جو علیکم ہے نا مفتی تم صاحب. لوگ
ਜਾ ਕੇ ਮਾਈਕ ਮਿਊਟ ਕरें जी। पहले इन्हां दी तो मिट्टी पलीत कर ला ना। पाकिस्तान को ये है, तुसी जदों आए उदों ही मैनूं पता चल गया तुसी कौन हो। बंदे दे पुत्तर बनया करो, समझ आई कि नहीं। तो मेरी लाइफ ते आके कोई इस किस्म की खबासत किसी ने की तो मैं वो पछवाड़े भी मार के ठुड्डा दे सैड ते भी उन्होंने करांगा। नस जाओ इत्थों जी। अली बाजवा साहब। अस्सलाम वालेकुम मुफ्ती साहब, कैसे हैं आप? वालेकुम सलाम, अल्लाह का शुक्र है। मुफ्ती साहब मेरी आवाज़ ठीक आ रही है? बड़ी सोहनी बात आ रही है। अच्छा मुफ्ती साहब मेरा बस एक छोटा सा सवाल था कि क्या हम मजबूरी के तहत भी कादियानियों के पीछे नमाज पढ़ सकते हैं कि नहीं? और नहीं जी, मतलब क्यों पढ़नी जे तुसी मुफ्ती साहब मजबूरी। मैं बस पूछ रहा हूँ आपसे, जैसे हम फॉर एग्जांपल इधर इकट्ठे एक ही अपार्टमेंट में रहते हैं, तो मेरे साथ अब 2 कादियानी हैं, एक शिया लड़का है और एक मैं खुद हूँ। तो उस सूरत में बाज़ दफ़ा नमाज हो रही होती है तो हम पढ़ सकते हैं कि नहीं, बस ये पूछना था। यार आप अलग पढ़ेंगे तो आपकी नमाज नहीं होगी क्या? फिर अगर जमात नमाज हो रही तो वो गुनाह तो नहीं है? पहले तो आप मुझे खुद ये बताएं ना, मिर्ज़ा गुलाम अहमद कादियानी को आप क्या समझते हैं? मुफ्ती साहब मुझे तो इनके बारे में इतना पता नहीं, मैं तो जस्ट आपसे एक सवाल किया है कि वैसे क्या क्या हम इनके समझते हैं वैसे? मुफ्ती साहब मुझे तो, मैं कनाडा में होता हूँ, मुझे इतना नॉलेज नहीं है इन लोगों के बारे में। नहीं लाइव मुसलमान शायद पे हम जाके तो बस इसको खंजीर समझते हैं, आप क्या समझते हैं? मुफ्ती साहब मुझे इनका पता ही नहीं, मैं तो बस ये पूछ रहा हूँ चले मैं कि आपको पता करा देता हूँ। अभी हम अभी इनके पीछे नमाज पढ़ सकते हैं कि नहीं अभी पढ़ अभी सकते? अभी पता करा। अति भाई एक मिनट वो एक मिनट मिर्जा बाजी, एक मिनट कादियानी ने बाजी, खुद एक मिनट मना किया है कि हम हमारे बाजी, एक पीछे मिनट कोई नमाज नहीं बाजी, पढ़ ਤੁਹਾਡੀ सकता। ਮਿਹਰਬਾਨੀ, ਇੱਕ ਮਿੰਟ ਬੰਦਾ ਫੜਿਆ ਗਿਆ ਹੈ, ਇੱਕ ਮਿੰਟ ਠਹਿਰ ਤੇ ਜਾਓ ਬਾਜੀ। ਅੱਛਾ ਭਾਈ ਜੀ ਹੁਣ ਜਾਇਆ ਜੇ ਨਾਜ਼ਰਾ ਥੋੜੀ ਦੇਰ ਹੈ। ਇਹ ਨਾ ਆਜਜ਼ ਦੀ ਇਹ ਕਿਤਾਬ ਹੈ ਤੇ ਇਹ ਕਾਦੀਆਨੀ ਕਲਮਾ, ठीक है जी। अली साहब आवाज़ आ रही जी? जी जी मुफ्ती साहब आ रही आवाज़। अच्छा जी। ਇਹ ਨਾ ਮਿਰਜ਼ਾ ਕਾਦੀਆਨੀ ਲਿਖਦਾ ਹੈ। ਮੈਂ ਜ਼ਰਾ ਇੱਕ ਮਿੰਟ ਲਾਈਟ ਜਲਾ ਲਵਾਂ ਯਾਰ, ਕੱਟਾ ਖੁੱਲ ਗਿਆ ਹੁਣ ਤੇ ਜ਼ਰਾ ਇਹਨੂੰ ਬੰਨਣਾ ਪੈਣਾ। ਜਿੰਨਾ ਤੱਕ ਕੱਟਾ ਬੰਨਿਆ ਨਾ ਤੇ ਚੈਨ ਮੈਨੂੰ ਵੀ ਨਹੀਂ ਆਣਾ। ਅੱਛਾ ਜੀ, ਸਫਾ ਨੰਬਰ 56। अच्छा तुसी मुहम्मद ए कलमा पढ़ो के सुनाओ जरा। ला इलाहा इल्लल्लाह मुहम्मद रसूलुल्लाह। मुहम्मद तो मुराद कौन है? प्यारे नबी, केड़े प्यारे नबी? हजूर सल्लल्लाहु अलैहि वसल्लम। पर मुफ्ती साहब मेरा तो सवाल सिर्फ हजूर यही है, सल्लल्लाहु अलैहि वसल्लम केड़े वाले? सब केड़े वाले? हाँ हाँ वो ना हजूर सल्लल्लाहु अलैहि वसल्लम कादियानी, मिर्जे कादियानी नु हजूर सल्लल्लाहु अलैहि वसल्लम कहंदे ने ना। सर जी साडे इक्को ही नबी ने और मैं हजूर सुनना चाहना ना, सल्लल्लाहु ਤੁਹਾਡੇ अलैहि ਮੂੰਹ वसल्लम ਚ ਸੁਣਨਾ मोहम्मद चाहना वा मुस्तफा केड़े ने सल्लल्लाहु हजूर अलैहि सल्लल्लाहु वसल्लम अलैहि ने। वसल्लम। पर मेरा मुफ्ती सवाल है नहीं है, मैं मैं दसना वा, मैं हुणे ही दसना वा। अच्छा ਮੈਨੂੰ ਜ਼ਰਾ ਤੁਸੀਂ ਆਂਦੇ ਹੋ ਜੀ ਮੈਂ ਮਿਰਜ਼ੇ ਕਾਦੀਆਨੀ ਨੂੰ ਜਾਣਦਾ ਹੀ ਨਹੀਂ ਤੇ ਮੈਨੂੰ ਉਹਨਾਂ ਦੇ ਕੀਦੇ ਦਾ ਹੀ ਨਹੀਂ ਪਤਾ। ਅੱਗੋਂ ਤੁਸੀਂ नहीं ਆਂਦੇ ਹੋ नहीं ਜੀ ਮੇਰੇ ਕਮਰੇ 'ਚ ਰਹਿੰਦੇ ਨੇ ਤੇ ਮੈਨੂੰ ਉਹਨਾਂ ਦੇ ਪਿੱਛੇ ਮੈਂ ਨਮਾਜ਼ ਪੜ੍ਹ ਸਕਣਾ ਕਿ ਨਹੀਂ। ਪਹਿਲੇ ਤੇ ਮੈਂ ਤੁਹਾਨੂੰ मुफ्ती ਕਾਦੀਆਨੀਆਂ ਦਾ साहब ਥੋੜਾ ਜਿਹਾ ਤਾਰਫ ਕਰਾਵਾਂਗਾ ਨਾ ਕਿ ਮਿਰਜ਼ੇ ਕਾਦੀਆਨੀ ਆਪਣੇ ਆਪ ਨੂੰ ਕਹਿੰਦਾ ਮੈਂ ਵਾਂ ਮੁਹੰਮਦ। ਮਿਰਜ਼ਾ ਕਾਦੀਆਨੀ ਕਹਿੰਦਾ ਇਹ ਕਲਮਾ ਜਿਹੜਾ ਤੁਸੀਂ ਹਜੇ ਉਹਨੂੰ ਮੈਨੂੰ ਪੜ੍ਹ ਕੇ ਸੁਣਾਇਆ ਨਾ, ਲਾ ਇਲਾਹਾ ਇल्लल्लाह ਮੁਹੰਮਦ ਰਸੂਲullah, ਮਿਰਜ਼ਾ ਕਾਦੀਆਨੀ ਕਹਿੰਦਾ ਉਹ ਤੇ ਮੈਂ ਵਾਂ ਅਸਲ 'ਚ ਮੁਹੰਮਦ। तौबा इस्तगफार लानत होते थे ਜਿਹੜਾ ਬੰਦਾ ਇਹ ਗੱਲ ਕਰਦਾ। ਹਾਂਜੀ ਤੇ ਫਿਰ ਪਾਓ ਫਿਰ ਮਿਰਜ਼ੇ ਕਾਦੀਆਨੀ ਤੇ ਤੇ ਲਾਹਨਤ ਸਰ ਹੈ ਉਹਨੂੰ। ਸਰ ਉਹਨੂੰ ਪਾ ਤਾਂ ਦਿੱਤੀ ਜੇ ਮੁਫਤੀ ਕੀ ਸਾਹਿਬ, ਮੈਂ ਤਾਂ ਤੁਹਾਨੂੰ ਇੱਕ ਕੀ ਛੋਟਾ ਜਿਹਾ ਲਾਹਨਤ ਪਾਈ ਕੁਐਸਚਨ, ਜੇ? ਕੀ ਲਾਹਨਤ ਪਾਈ? ਜਿਹੜਾ ਵੀ ਬੰਦਾ ਆਪਣੇ ਆਪ ਨੂੰ ਜਿਹੜਾ ਨਹੀਂ, ਮਿਰਜ਼ਾ ਕਾਦੀਆਨੀ ਦੀ ਗੱਲ ਮੈਂ ਕਰ ਰਿਹਾ, ਤੁਸੀਂ ਹਾਂਜੀ ਜਿਹੜੇ ਦੀ ਹਾਂਜੀ ਕਰ ਰਹੇ ਉਹਨਾਂ ਹੋ। ਦੀ ਜੀ ਮੌਲਵੀ ਸਾਹਿਬ ਉਹਨਾਂ ਦੀ ਗੱਲ ਕਰ ਰਿਹਾ ਵਾਂ ਕਿ ਅਗਰ ਉਹਨਾਂ ਨੂੰ ਉਹ ਉਸ ਮੁਕਾਮ ਤੇ ਸਮਝਦੇ ਨੇ ਤੇ ਲਾਨਤ ਉਹਨਾਂ ਤੇ। ਕਿੰਨਾ ਤੇ ਲਾਹਨਤ? ਲੇਕਿਨ ਛੇੜੇ ਵੀ ਗੱਲ ਕਰ ਰਹੇ ਮਿਰਜ਼ਾ ਕਾਦੀਆਨੀ ਭਾਈ ਸਾਹਿਬ ਜਿਹੜੇ ਕੌਣ ਦੀ ਨੇ ਮੈਂ ਜੋ ਵੀ, ਗੱਲ ਨਹੀਂ ਨਾ ਕਰ ਰਿਹਾ, ਮੈਂ ਤੇ ਮਿਰਜ਼ੇ ਗੁਲਾਮ ਅਹਮਦ ਕਾਦੀਆਨੀ ਦੀ ਗੱਲ ਕਰ ਰਿਹਾ। ਲੇਕਿਨ ਇੱਕ ਮਿੰਟ ਗੱਲ ਸੁਣ ਲਓ। ਮੇਰੇ ਨਾਲ ਇੱਥੇ ਅਸੀਂ ਰੂਮ 4 ਲੜਕੇ ਰਹਿੰਦੇ ਆ, ਠੀਕ ਹੈ?
ਮੈਂ ਇੱਕ ਦਿਨ ਇਹ ਸਵਾਲ ਜਾ ਕੇ ਪਹਿਲੇ ਵੀ ਇੱਕ ਜਗ੍ਹਾ ਤੇ ਕੀਤਾ ਸੀ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਕਿਸੇ ਆਲਮੇ ਦੀਨ ਕੋ ਪੁੱਛ ਲਓ, ਠੀਕ ਹੈ। ਹੁਣ ਅਗਰ ਮੈਂ ਤੁਹਾਨੂੰ ਪੁੱਛਿਆ, ਤੁਸੀਂ ਮੈਨੂੰ ਕਿਸੇ ਹੋਰ ਪਾਸੇ ਲੈ ਕੇ ਜਾ ਰਹੇ ਹੋ। ਮੈਨੂੰ ਤਾਂ ਸਿੰਪਲ ਦੱਸੋ ਜੀ ਸਹੀ, ਗੱਲ ਪਹਿਲੇ ਤਾਂ ਸਾਡੇ ਸਵਾਲ ਦਾ ਵੀ ਜਵਾਬ ਚਾਹੀਦਾ ਨਾ। ਇਹ ਵੇਖੋ ਸਰ, ਨਾ, ਮੈਂ ਇਹ ਸਰ ਦੇਖੋ, ਇਹ ਵੇਖੋ ਨਾ ਮੋਦੀ ਜੀ, ਸਾਹਿਬ, ਇਹ ਮੋਦੀ ਵੇਖੋ ਨਾ ਸਾਹਿਬ, ਜੀ, ਇੱਕ ਮਿੰਟ ਜੀ ਭਾਈ ਨਾ, ਇੱਕ ਮਿੰਟ। ਇੰਜ ਨਹੀਂ, ਇੰਜ ਨਹੀਂ, ਇੰਜ ਨਹੀਂ, ਇਹੋ ਹੀ ਅਸੀਂ ਖੇਡਾਂ ਖੇਡਨੇ ਆ। ਇਹ ਜਿਹੜਾ ਕਲਮਾ ਅਸੀਂ ਪੜ੍ਹੀਦਾ ਫਿਰ ਨਾ ਜੀ, ਕੀ ਖੇਡਾਂ ਖੇਡਦੇ ਮੁਕਤਸਰ? ਮੈਂ ਲਾ ਤੁਹਾਨੂੰ ਇਲਾਹਾ ਇਲੱਲਾ ਮੁਹੰਮਦ ਰਸੂਲullah, ਤੇ ਇਹ ਜਿਹੜਾ ਪੂਰਾ ਕਲਮਾ ਹੈ ਨਾ ਜੀ, ਇਹ ਭਾਈਜਾਨ ਸਰ ਬਾਜਵਾ ਮੈਂ ਸਾਹਿਬ, ਇਹ ਕਲੀਅਰ ਪੂਰਾ ਗੱਲ ਕਰ ਕਲਮਾ, ਦਿੱਤੀ ਹੈ ਇਹ ਮੋਦੀ ਸਾਹਿਬ। ਨਾ ਮੈਂ ਨਾ ਇੱਕ ਮਿੰਟ ਰੁਕੋ ਨਾ ਜੀ, ਰੁਕੋ ਨਾ, ਮਾਈਕ ਮਿਊਟ ਕਰੋ ਜ਼ਰਾ ਇੱਕ ਮਿੰਟ। ਸਾਨੂੰ ਆਪਣਾ ਮੁਕੱਦਮਾ ਵੀ ਤੇ ਰੱਖਣ ਦਿਓ ਨਾ ਜੀ। ਤੁਸੀਂ ਸਾਡਾ ਮੇਰੇ ਮੁਕੱਦਮਾ ਹੀ ਕਿਉਂ ਨਹੀਂ, ਆਪਣਾ ਸਾਡਾ ਮੁਕੱਦਮਾ ਮੁਕੱਦਮਾ ਹੀ ਰੱਖ ਨਹੀਂ ਰਹੇ ਹੋ? ਮੈਂ ਸੁਣੋਗੇ ਤੁਹਾਨੂੰ ਤੇ ਸਾਡਾ ਮੁਕੱਦਮਾ ਸੁਣੋਗੇ ਨਹੀਂ ਤੇ ਇੰਜ ਕਿੰਜ? ਤੁਸੀਂ ਸੁਣੋ ਤੇ ਸਹੀ ਨਾ ਜੀ, ਥੋੜਾ ਜਿਹਾ ਸਾਹ ਤੇ ਲਵੋ ਨਾ। ਮੈਂ ਵੀ ਇੱਥੇ ਹੀ ਹਾਂ, ਤੁਸੀਂ ਵੀ ਇੱਥੇ ਹੀ ਹੋ, ਨਹੀਂ ਨੱਸੇ ਜਾ ਰਹੇ ਅਸੀਂ। ਤੁਸੀਂ ਮੇਰੀ ਗੱਲ ਹੀ ਨਹੀਂ ਸੁਣਦੇ ਪਏ, ਵਿੱਚ ਬੋਲ ਪੈਂਦੇ ਹੋ। ਇਹ ਗੱਲ ਗਲਤ ਹੈ, ਵੇਖ ਲਓ ਫਿਰ, ਗੱਲ ਗਲਤ ਹੈ। ਅੱਛਾ ਵੇਖੋ ਨਾ ਜੀ, ਜਿਹੜਾ ਅਸੀਂ ਕਲਮਾ ਪੜ੍ਹਨੇ ਆ ਨਾ, ਉਹ ਕਲਮਾ ਪੂਰਾ ਕੁਰਾਨੇ ਪਾਕ 'ਚ ਕਿਧਰੇ ਵੀ ਨਹੀਂ ਲਿਖਿਆ। ਉਹ ਕਲਮਾ ਜਿਹੜਾ ਹੈ ਨਾ, ਲਾ ਇਲਾਹਾ ਇਲੱਲਾ ਕਿਸੇ ਹੋਰ ਜਗ੍ਹਾ 'ਤੇ ਲਿਖਿਆ ਹੈ, ਤੇ ਮੁਹੰਮਦ ਰਸੂਲullah ਕਿਸੇ ਹੋਰ ਜਗ੍ਹਾ 'ਤੇ ਲਿਖਿਆ ਹੈ। ਤੇ ਜਿਹੜਾ ਮੁਹੰਮਦ ਰਸੂਲullah ਜਿਹੜੀ ਆਇਤ 'ਚ ਵੇ ਨਾ, ਉਹ ਵੇ ਸੂਰਾ ਫਤਹ ਦੀ ਆਇਤ ਨੰਬਰ 29। ਤੇ ਮਿਰਜ਼ਾ ਕਾਦੀਆਨੀ उस आयत के बारे लिखता है, फिर इस किताब में, बल्कि मैं ओरिजिनल सफ़ा ज़रा स्कैन है सफ़ा नंबर 127 के उत्ते, मैं 127 नंबर ही है सफ़ा कर ला आखिर ते वे, हेलो आ गया जी। जनाब रूहानी खजाइन जिल्द 18 सफ़ा 207, एक गलती का इजाला। मिर्ज़ा कादियानी ने ऐसे गलती का इजाला किया है कि मैं असल च मुहम्मद अंद है कि ये वहीउल्लाह है कि मुहम्मदुन रसूलुल्लाह ही वल्लदीना माहू शिद्दाउल कुफारी रूहमाउ बैनहुम। इस वही इलाही में मेरा नाम मुहम्मद रखा गया और रसूल भी। अच्छा, मैं जो तुहाडे कोल पुछिया वे कि मिर्ज़ा कादियानी नूं कलमे दे विच मुहम्मद कहंदे ने, ते तुसीं अग्गों मैनूं कहना शुरू कर दिओ जेड़ा भी इंज कहंदा, जेड़ा भी। मैं जेड़े दे बारे ते तुहानूं पुछिया ही नहीं ना, मैं तो मिर्ज़ा कादियानी दे बारे कहना पिया, ते तुसीं ओहदे ते लानत ते पांदे नहीं पे, तुसीं जेड़े ते पांदे हो पे। मैं तो तुहानूं जेड़े दा पुछिया ही नहीं, या तो तुहानूं मैं जेड़े दे बारे पुछां ते तुसीं जरूर लानत पाओ जनाब, जेड़ा भी इंज कहंदा। मैं जेड़े दे बारे नहीं, मैं इस खंजीर दे बारे, जिस खंजीर ने बकवास की है, इस मिर्ज़े गुलाम अहमद कादियानी नुतफ़ा हराम की गल की है। आयो ज़रा हुण माइक म्यूट हटान लगा वां, अपना मौकफ मैनूं ज़रा रिकॉर्ड कराओ, तो अगला मसला फिर मैं बाद चों दा जवाब देना। चलो जी जी सर। ਮੌਲਵੀ ਸਾਹਿਬ ਤੁਸੀਂ ਕਿੱਧਰ ਦੀ ਕਿੱਧਰ ਲੈ ਗਏ ਗੱਲ ਨੂੰ। ਮੇਰਾ ਨਾ ਕੁਐਸਚਨ ਇਹਨਾਂ ਦੇ ਬਾਰੇ ਹੈ, ਨਾ ਵਾਸਤਾ ਹੈ ਮੇਰਾ ਕਿਸੇ ਨਾਲ, ਨਾ ਸ਼ੀਆਂ ਨਾਲ ਨਾ ਲੈਣਾ ਨਾ ਦੇਣਾ। ਅਸੀਂ ਖੁਦਾ ਤਾਲਾ ਨੂੰ ਮੰਨਣ ਵਾਲੇ ਲੋਕ ਹਾਂ, ਪਿਆਰੇ ਨਬੀ ਨੂੰ ਆਖਿਰ ਨਬੀ ਸਮਝਦੇ ਹਾਂ, ਦੈਟਸ ਇਟ। ਕੋਈ ਕਹਿੰਦਾ ਨਹੀਂ ਕਹਿੰਦਾ, ਸਾਡਾ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ, ਠੀਕ ਹੈ। ਮੈਂ ਤੁਹਾਨੂੰ ਸਿਰਫ ਇੱਕ ਸਿੰਪਲ ਜਿਹਾ ਕੁਐਸਚਨ ਕੀਤਾ ਕਿ ਤੁਸੀਂ ਦੱਸੋ ਇਹਦਾ ਜਵਾਬ, ਕਿਸੇ ਇਹਦਾ ਨਾਲ ਜਵਾਬ, ਇਹਦਾ ਜਵਾਬ, ਇਹਦਾ ਜਵਾਬ, ਇਹਦਾ ਯਾਰ ਤੁਸੀਂ ਤਾਂ ਪਿੱਛੇ ਹੀ ਪੈ ਗਏ ਹੋ। ਮੈਨੂੰ ਉਹਨਾਂ ਨਾਲ ਕੋਈ ਗਰਜ਼ ਨਹੀਂ ਹੈ, ਮੇਰੇ ਰੂਮ 'ਚ ਰਹਿੰਦੇ ਇਹਦਾ ਨੇ। ਜਵਾਬ, ਇਹਦਾ ਜਵਾਬ, ਅਸੀਂ ਇਹਦਾ ਜਵਾਬ। ਅਕਸਰ ਤੁਸੀਂ ਕਹਿੰਦੇ ਸੋ ਮੈਨੂੰ ਪਤਾ ਹੀ ਨਹੀਂ ਹੈ ਕਾਦੀਆਨੀਆਂ ਦਾ, ਮੈਨੂੰ ਉਹਨਾਂ ਦੇ ਅਕੀਦਿਆਂ ਦਾ ਨਹੀਂ ਪਤਾ। ਕੋਈ ਜਵਾਬ ਲਓ ਜਾਂ ਉਹਨਾਂ ਦੇ ਮੰਨਣ ਵਾਲਿਆਂ ਕੋਲ ਜਾ ਕੇ ਜਵਾਬ ਲਓ। ਤੁਸੀਂ ਆਂਦੇ ਹੋ ਤੁਹਾਡੇ ਕਮਰੇ 'ਚ ਰਹਿੰਦੇ ਨੇ, ਤੁਹਾਨੂੰ ਪਤਾ ਹੀ ਨਹੀਂ ਉਹਨਾਂ ਦੇ ਅਕੀਦੇ ਦਾ। ਸਰ ਮੈਂ ਕਿਉਂ ਪਤਾ ਕਿਸੇ ਹੀ ਨੂੰ ਨਹੀਂ ਪੁੱਛਿਆ? 1974 ਦੇ ਵਿੱਚ ਇਹਨਾਂ ਨੂੰ ਗੈਰ ਮੁਸਲਮ ਅਕਲੀਅਤ ਡਿਕਲੇਅਰ ਕੀਤਾ ਗਿਆ, ਤੁਹਾਨੂੰ ਪਤਾ ਹੀ ਨਹੀਂ ਹੈ ਕਾਦੀਆਨੀਅਤ ਕੀ ਹੈ। ਤੁਹਾਨੂੰ ਮਿਰਜ਼ਾ ਕਾਦੀਆਨੀ ਦਾ ਪਤਾ ਹੀ ਕੱਖ ਨਹੀਂ ਹੈ। ਜਿਸ ਮੁਲਕ 'ਚ ਰਹਿੰਦੇ ਆ, ਝੂਠ ਬੋਲ ਰਹੇ ਹੋ ਤੁਸੀਂ, ਝੂਠ ਬੋਲ ਰਹੇ ਹੋ ਤੁਸੀਂ, ਫਰਾਡ ਕਰ ਰਹੇ ਹੋ, ਫਰਾਡ ਕਰ ਰਹੇ ਹੋ ਤੁਸੀਂ ਫਰਾਡੀਆਂ ਕਰ ਰਹੇ ਹੋ, ਤੁਸੀਂ ਫਰਾਡੀਆਂ ਕਰ ਰਹੇ ਹੋ। ਇਲਜ਼ਾਮ ਨਹੀਂ ਕਰ ਰਿਹਾ ਮੈਂ, ਤੁਸੀਂ ਲਾਨਤ ਪਾਓ ਇਸ ਬੰਦੇ ਤੇ, ਲਾਨਤ ਪਾਓ। ਹੁਣੇ ਪਤਾ ਚੱਲ, ਮੈਂ ਨਹੀਂ ਪਾਉਂਦਾ, ਮੈਂ ਨਹੀਂ ਪਾਉਂਦਾ। ਇਹੋ ਹੀ ਗੱਲਾਂ ਨੇ ਬਸ, ਬਸ ਦੋ ਮੈਂ ਨਾ ਤੁਹਾਡੇ ਤੇ ਪਾਉਂਦਾ ਵਾ, ਮੈਂ ਨਾ ਭਾਬੀਆਂ ਤੇ ਪਾਉਂਦਾ, ਨਾ ਮੈਂ ਸ਼ੀਆਂ ਤੇ ਪਾਉਂਦਾ। ਠੀਕ ਹੋ ਗਿਆ, ਨਹੀਂ ਨਾ ਪਾਉਂਦੇ। ਕਾਦੀਆਨੀ ਆਪਣੇ ਅੱਬੇ ਦਾ ਬਣ ਕੇ ਆ, ਇਹੋ ਹੀ ਕਾਦੀਆਨੀ ਹੈ ਬੰਦਾ ਕਾਦੀਆਨੀ। ਇਹ ਡਰਾਮੇਬਾਜ਼ੀਆਂ ਕਰਦੇ ਨੇ, ਵੇਖਿਆ ਜੇ ਇਹਨਾਂ ਨੇ। ਹੁਣ ਨਾ ਮੇਰੀ ਉਹ ਛੋਟੀ ਜਿਹੀ ਕਲਿੱਪ ਹੀ ਕੱਟ ਕੇ ਨਾ
ਤੇ ਉਹ ਸੋਸ਼ਲ ਮੀਡੀਆ ਤੇ ਸੁੱਟਣੀ, ਵੇਖੋ ਜੀ ਇਹ ਨਾ ਸਾਨੂੰ ਕਹਿੰਦੇ ਨੇ ਸਾਡੇ ਪਿੱਛੇ ਨਮਾਜ਼ ਨਹੀਂ ਹੁੰਦੀ, ਇਹ ਡਰਾਮਾ ਇਹਨੇ ਇਹ ਕਰਨਾ ਸੀ। ਮੁਫਤੀ ਸਾਹਿਬ ਉਹ ਤੇ ਮਿਰਜ਼ਾ ਕਾਦੀਆਨੀ ਖੁਦ ਕਹਿ ਕੇ ਗਿਆ ਨਾ ਕਿ ਹਾਂ ਤੁਸੀਂ ਤੇ ਨਾ ਪੜਨ ਦੇਣੀ ਹੈ ਨਾ ਖੁਦ ਹਾਂਜੀ ਪੜਨੀ ਹੈ, ਉਹ ਤੇ ਆਂਦਾ ਹੈ ਫਿਰ ਨਾ ਕਿ ਮੁਸਲਮਾਨਾਂ ਦੇ ਪਿੱਛੇ ਸਾਡੀ ਨਮਾਜ਼ ਹਾਂਜੀ ਨਹੀਂ ਬਸ ਹੁੰਦੀ। ਉਹਨੂੰ ਇਹ ਜਵਾਬ ਦੇਣਾ ਸੀ ਨਾ, ਉਹ ਵਿਚਾਰਾ ਕਹਿ ਰਿਹਾ ਕਿ ਮੈਨੂੰ ਕਿਤਾਬਾਂ ਨਾਲ ਕੋਈ ਗਰਜ਼ ਨਹੀਂ ਹੈ। ਆ ਬਸ ਇਹੋ ਹੀ ਡਰਾਮੇਬਾਜ਼ੀ। ਉਹਨੇ ਉਹ ਵੀ ਨਹੀਂ ਸੀ ਮੰਨੀ ਬਾਜੀ, ਉਹਨੇ ਉਹ ਵੀ ਨਹੀਂ ਸੀ ਨਾ ਮੰਨੀ, ਉਹ ਵੀ ਨਹੀਂ ਸੀ ਮੰਨੀ, ਉਹਨੂੰ ਉਹ ਮੰਨਦਾ ਹੀ ਨਹੀਂ ਹੈ ਕਿਸੇ ਚੀਜ਼ ਨੂੰ। ਹਾਂਜੀ ਤੇ ਬਹਰਹਾਲ ਇਹ ਡਰਾਮੇਬਾਜ਼ੀਆਂ ਇਹ ਸਮਝਦੇ ਨੇ ਸਾਨੂੰ, ਅਸੀਂ ਕਾਕੇ ਆ, ਸਾਨੂੰ ਪਤਾ ਹੀ ਕੱਖ ਨਹੀਂ ਹੈ, ਜੋ ਨਹੀਂ ਮਰਜ਼ੀ ਹੋ ਅਸੀਂ ਕਰੀ। ਸਕਦਾ ਹੈ ਮੁਫਤੀ ਸਾਹਿਬ ਉਹਦੇ ਨਾਲ ਕੋਈ ਮਤਲਬ ਵਾਕਈ ਕਾਦੀਆਨੀ ਰਹਿੰਦਾ ਹੋਏ, ਉਹਨੇ ਤੇ ਉਹ ਗੈਬ ਨਹੀਂ ਦਾ ਇਲਮ ਬਾਜੀ, ਹੈ। ਇਹ ਬੰਦਾ ਖੁਦ ਕਾਦੀਆਨੀ ਜੇ ਬਾਜੀ। ਕੀ ਹੋ ਗਿਆ ਬਾਜੀ, ਪਤਾ ਕੀ ਜੇ ਜੀ ਸਾਡਾ ਮੁਸਲਮਾਨ, ਮੈਂ ਤੁਹਾਨੂੰ ਗਰੰਟੀ ਨਾਲ ਗੱਲ ਕਹਿਣਾ, ਉਹ ਭਾਵੇਂ ਕੋਈ ਦੁਨੀਆ ਦਾ ਚਰਸੀ ਹੋਏ, ਮਵਾਲੀ ਹੋਏ, ਜ਼ਾਨੀ ਹੋਏ, ਜਿੱਡਾ ਵੱਡਾ ਮਰਜ਼ੀ ਗੁਨੇਗਾਰ ਹੋਏ, ਲੇਕਿਨ ਜਦੋਂ ਗੱਲ ਆਉਂਦੀ ਹੈ ਨਾ ਇਹ ਅਕੀਦੇ ਦੀ ਜਾਂ ਮਤਲਬ ਕਾਦੀਆਨੀਅਤ ਦੇ ਬਾਰੇ, ਅੱਲਾ ਦੀ ਕਸਮੇ ਚਰਸੀ ਕਿਸਮ ਦੇ ਲੋਕ ਅਸੀਂ ਵੇਖੇ ਨੇ ਬਾਜੀ, 2 ਮਿੰਟਾਂ ਦੇ ਵਿੱਚ ਲਾਹਨਤ ਪਾਣਗੇ। ਉਹ ਕਹਿੰਦੇ ਨਾ ਅਸੀਂ ਉਹਨੂੰ ਖੰਜੀਰ, ਉਹ ਵੱਡੀਆਂ ਮੋਟੀਆਂ ਮੋਟੀਆਂ ਨਾ ਗਾਲਾਂ ਕੱਢਣਗੇ, ਉਹ ਲਾਹਨਤ ਪਾਓ ਜੀ ਮੌਲਵੀ ਸਾਹਿਬ, ਲਾਹਨਤ ਪਾਓ। ਉਹ ਤੇ ਸਾਨੂੰ ਜਨਾਬ, ਸਾਨੂੰ ਅੱਗੋਂ ਬੁਰਾ ਭਲਾ ਕਹਿਣਗੇ, ਤੁਸੀਂ ਇਸ ਗਲੀਜ਼ ਇਨਸਾਨ ਦਾ ਨਾਂ ਕਿਉਂ ਲੈ ਲਿਆ। ਮੁਸਲਮਾਨ ਦਾ ਇਹ ਅਕੀਦਾ ਜੇ ਬਾਜੀ। ਤੇ ਉਹ ਆਂਦਾ ਪਿਆ, ਆਂਦਾ ਮੇਰੇ ਕਮਰੇ 'ਚ ਰਹਿੰਦੇ ਨੇ ਤੇ ਮੈਂ ਉਹਨਾਂ ਦੇ ਪਿੱਛੇ ਨਮਾਜ਼ ਪੜ੍ਹਾਂ ਕਿ ਨਾ, ਉਹਨੂੰ ਪਤਾ ਹੀ ਇੰਨਾ ਪਤਾ ਸੂ ਕਿ ਇਹ ਕਾਦੀਆਨੀ ਨੇ। ਹੈ ਝੂਠਾ ਆਦਮੀ, ਝੂਠਾ ਆਦਮੀ ਹੈ। ਆਂਦਾ ਨਹੀਂ ਮੈਨੂੰ ਉਹਨਾਂ ਦੇ ਅਕੀਦੇ ਦਾ ਕੋਈ ਨਹੀਂ ਪਤਾ ਹੈ। जी 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 शाम का अब बिल्कुल मुफ्ती साहब बजान है। मैं यकीन जाना मुफ्ती साहब शुरू ਵਿੱਚ ਮੈਂ ਉਸ ਬੰਦੇ ਸੁਣਿਆ ਤੇ ਮੈਂ ਵੀ ਇੱਕ ਪਾਸੇ ਹੋ ਗਿਆ ਕਿ ਸ਼ਾਇਦ ਉਹ ਬੰਦਾ ਸਵਾਲ ਕਰਨ ਹੀ ਆਇਆ ਵਾ, ਆਪਣੇ ਮਸਲੇ ਦਾ ਹੱਲ ਪੁੱਛਣਾ। ਲੇਕਿਨ ਜਿਹੜੀ ਉਸ ਬੰਦੇ ਐਂਡ ਤੇ ਗੱਲ ਕੀਤੀ ਹੈ ਨਾ ਕਿ ਮੈਂ ਨਹੀਂ ਪਾਉਂਦਾ, ਮੈਂ ਨਾ ਤੁਹਾਡੇ ਤੇ ਪਾਉਂਦਾ ਨਾ ਮੈਂ ਉਹਨਾਂ ਤੇ ਪਾਉਂਦਾ। ਇਹ ਕਾਦੀਆਨੀਆਂ ਦੇ ਵੀ 2 ਤਬਕੇ ਨੇ, ਇੱਕ ਜਿਹੜੇ ਉਹਨਾਂ ਨੂੰ ਪੈਗੰਬਰ ਮੰਨਦੇ ਨੇ ਤੇ ਇੱਕ ਜਿਹੜੇ ਉਹਨਾਂ ਨੂੰ ਵਲੀਉਲਾ ਮੰਨਦੇ ਨੇ। ਜਿਹੜੇ ਵਲੀਉਲਾ ਮੰਨਦੇ ਨੇ ਉਹ ਪੈਗੰਬਰ ਤੇ ਨਹੀਂ ਮੰਨਦੇ, ਲੇਕਿਨ ਉੱਤੇ ਲਾਨਤ ਵੀ ਨਹੀਂ ਪਾਉਂਦੇ। ਇਹ ਵੀ 2 ਤਬਕੇ ਦੇ ਲੋਕ ਪਾਏ ਜਾਂਦੇ ਨੇ, ਸਾਡੇ ਲਾਹੌਰ ਵਿੱਚ ਪਾਏ ਜਾਂਦੇ ਨੇ ਇਸ ਤਰ੍ਹਾਂ ਦੇ ਲੋਕ। ਨਿਸ਼ਾਨ ਭਾਈ ਨਹੀਂ 2 ਕਿਸਮ ਦੇ ਨਹੀਂ, ਇਹਨਾਂ ਦੇ ਕੋਈ 100 ਕਿਸਮ ਦੇ, 2 ਨਹੀਂ 100 ਕਿਸਮ ਦੇ ਲੋਕ ਨੇ। ਲੇਕਿਨ ਮੁਫਤੀ ਸਾਹਿਬ ਮੇਰੇ ਇਲਮ ਚ ਹੋ ਅਜੇ ਤੱਕ ਸਕਦਾ ਸਿਰਫ 2 ਹੀ ਹੈ ਆਏ ਕਿ ਨੇ। ਪਰਦੇਸ ਵਿੱਚ ਕੋਈ ਨਾ ਕੋਈ ਮਸਲੇ ਪੈ ਜਾਂਦੇ ਨੇ, ਪਰ ਉਹ ਆਖਰ ਤੇ ਜਿਹੜਾ ਕਹਿ ਗਿਆ ਨਾ ਮੈਂ ਤੁਹਾਡੇ ਤੇ ਵੀ ਨਹੀਂ, ਇਹ ਕੀ ਗੱਲ ਹੋਈ ਤੁਸੀਂ ਸਾਡੇ ਕੋਲ ਸਵਾਲ ਕਰਨ ਆਏ ਆ ਤੇ ਤੁਹਾਨੂੰ ਗੱਲ ਕਰਨ ਦਾ ਨਹੀਂ ਪਤਾ। ਉਹ ਪਾਸੇ ਸਾਡੇ ਤੇ ਕਿਉਂ ਨਹੀਂ, ਭੈਣ ਅਸੀਂ ਤੁਹਾਨੂੰ ਇਹੀ ਗੱਲ ਮੁਫਤੀ ਸਾਹਿਬ ਨੇ ਸ਼ੁਰੂ 'ਚ ਉਹਦਾ ਫੜ ਲਈ ਸੀ ਗੱਲ, ਕਿ ਇਹੀ ਗੱਲ ਫੜ ਲਈ ਸੀ। ਹਾਂਜੀ ਅਗਰ ਤੁਸੀਂ ਸਾਡੇ ਮੁਹਤਰਮ ਸਮਝ ਕੇ ਆਏ ਹੈ ਤੇ ਫਿਰ ਤੁਸੀਂ ਮਤਲਬ ਗੱਲ ਤੇ ਸੁਣੋ ਨਾ ਪੂਰੀ, ਔਰ ਉਹਨਾਂ ਦਾ ਅਕੀਦੇ ਦੇ ਮੁਤਾਬਕ ਨਾਲੇ ਤੁਹਾਨੂੰ ਇਨਫੋਰਮੇਸ਼ਨ ਹੋ ਜਾਏ ਕਿ ਕਿਉਂ ਉਹਨਾਂ ਨੂੰ ਆਂਦੇ ਨੇ, ਕੀ ਮੁਫਤੀ ਸਾਹਿਬ ਉਹਨਾਂ ਨੂੰ ਕੀ ਆਂਦੇ ਨੇ। ਉਹ ਲੰਮੇ ਪਾਓ ਮੁਰਤਦ। ਅੱਛਾ ਗੱਲ ਸੁਣਿਆ ਜੇ। ਹਾਂਜੀ ਪਤਾ ਕੀ ਕਿਉਂ ਕਹਿੰਦੇ ਨੇ ਬਾਜੀ, ਆਂਦੇ ਨੇ ਜੀ ਪਰਦੇਸ ਪਰਦੇਸ। ਕੀ ਇਹ ਪਰਦੇਸ ਨਿਸ਼ਾਨ ਸਾਹਿਬ ਦਾ ਸ਼ੋਰ ਬਹੁਤ ਆ ਰਿਹਾ, ਜਰਾ ਮਾਈਕ ਤੇ ਕਰੋ ਯਾਰ, ਬਹੁਤ ਸ਼ੋਰ। ਅੱਛਾ ਪਰਦੇਸ ਕੋਈ ਐਸੀ ਚੀਜ਼ ਤੇ ਨਹੀਂ ਕਿ ਬੰਦਾ ਯਾਰ ਦੀਨ ਈਮਾਨ ਹੀ ਉਹਦਾ ਜਾਂਦਾ ਰਵੇ। ਉਹ ਨਹੀਂ ਯਾਰ, ਅੱਲਾ ਦੇ ਉਹ ਬੰਦਿਓ, ਮੈਂ 25 ਸਾਲ ਹੋ ਗਏ ਨੇ, ਮੇਰਾ ਕੰਮ ਤੇ ਹੈ ਹੀ ਪਰਦੇਸ 'ਚ। ਪਾਕਿਸਤਾਨ 'ਚ ਮੈਨੂੰ ਆਵਾਮ ਸ਼ਾਇਦ ਜਾਣਦੀ ਹੋਈ ਨਹੀਂ, ਇਹ ਟਾਵੇਂ 1-2 ਬੰਦਾ ਮੈਨੂੰ ਜਾਣਦਾ ਹੈ, ਤੇ ਪਰਦੇਸ ਸਾਰਾ ਮੈਨੂੰ ਜਾਣਦਾ ਅੱਲਾ ਦੇ ਹੁਕਮ ਨਾਲ। ਪੂਰਾ ਯੂਰਪ ਮੈਨੂੰ ਜਾਣਦਾ ਜੇ, ਹੋਰ ਕਿਸੇ ਨੂੰ ਜਾਣਨ ਨਾ ਜਾਣਨ ਮੈਨੂੰ ਲਾਜ਼ਮੀ ਜਾਣਦੇ ਨੇ। ਦੁਨੀਆ ਦਾ ਐਸਾ ਕੋਈ ਕਾਦੀਆਨੀ ਨਹੀਂ ਹੈ ਕਿ ਜਿਹੜਾ ਆਜਜ਼ ਨੂੰ ਨਾ ਜਾਣਦਾ ਹੋਵੇ। ਉਹ ਭਾਈ ਜੀ ਤੁਸੀਂ ਕਿਹੜੇ ਪਰਦੇਸ ਦੀਆਂ ਗੱਲਾਂ ਯਾਰ ਸਾਡੇ ਨਾਲ ਕਰਦੇ ਹੋ। ਮੈਂ ਨਵਾਂ ਦੁਨੀਆ ਲੋਕ ਲਿਬਰਲ ਬਣਦੇ ਨੇ, ਲਿਬਰਲ ਕੁਝ ਨਹੀਂ ਬਾਜੀ, ਕੁਝ ਨਹੀਂ। ਅਕੀਦਾ ਬੜਾ ਟੈਟ ਹੈ ਮੁਸਲਮਾਨਾਂ ਦਾ। ਭਾਵੇਂ ਮੈਂ ਨਵਾਂ ਹਾਂ ਪ੍ਰਦੇਸ਼ 'ਚ ਕੀ ਹੈ, ਯੂਰਪ ਦੇ ਵਿੱਚ ਰੰਡੀਬਾਜ਼ੀ ਬੜੀ ਹੈ, ਸ਼ਰਾਬਨੋਸ਼ੀ ਹੈ, ਸੂਰ ਵੀ ਚਲੋ ਖਾਂਦੇ ਨੇ, ਮੈਨੂੰ ਪਤਾ ਹੈ। ਕਈ ਮੁਸਲਮਾਨ ਐਸੇ ਨੇ ਸ਼ਰਾਬਾਂ ਜ਼ਨਾਕਾਰੀਆਂ ਸਭ ਕੁਝ ਕਰਨਗੇ, ਸੂਰ ਵੀ ਖਾ ਲੈਣਗੇ। ਲੇਕਿਨ ਜਦੋਂ ਗੱਲ ਆਉਂਦੀ ਹੈ ਨਾ ਕਾਦੀਆਨੀਅਤ ਦੇ ਬਾਰੇ, ਅੱਲਾ ਦੀ ਕਸਮ ਮੋਟੀ ਮੋਟੀ ਗਾਲਾਂ ਕੱਢਦੇ ਜੇ ਮਿਰਜ਼ੇ ਕਾਦੀਆਨੀ ਨੇ, ਅਕੀਦੇ 'ਚ ਬੜੇ ਪੱਕੇ ਜੇ। ਹਾਂ
ਐਡੇ ਵੀ ਯਾਰ ਨਹੀਂ ਮੁਸਲਮਾਨ ਗਿਆ ਗੁਜ਼ਰਿਆ, ਹਾਂ ਉਹ ਗੁਨਾਹ ਕਰਦਾ ਹੈ, ਉਹਦਾ ਅਮਲ ਖਰਾਬ ਹੈ, ਠੀਕ ਹੈ, ਉਹ ਤੇ ਫਿਰ ਉਹਦਾ ਮਾਮਲਾ ਉਹਦੇ ਅੱਲਾ ਦੇ ਨਾਲ ਹੈ ਬਸ, ਠੀਕ ਹੈ ਨਾ। ਲੇਕਿਨ ਗੱਲ ਆਉਂਦੀ ਨਾ ਜਦੋਂ ਅਕੀਦੇ ਦੀ ਜਾਂ ਕਾਦੀਆਨੀਅਤ ਦੀ, ਤੇ ਮੁਸਲਮਾਨ ਬੜਾ ਟਨਾ ਟਨ ਜੇ, ਇਹ ਤੁਹਾਨੂੰ ਮੈਂ ਦੱਸ ਦਿਆਂ। ਪੂਰਾ ਯੂਰਪ ਮੈਂ ਘੁੰਮਦਾ ਰਹਿੰਦਾ ਵਾਂ ਪੂਰੀ ਦਿਹਾੜੀ, ਕਦੀ ਮੈਂ ਕਿਸੇ ਮੁਲਕ 'ਚ ਹੁੰਨਾ, ਕਦੀ ਕਿਸੇ ਮੁਲਕ 'ਚ ਹੁੰਨਾ, ਇਹ ਸੋਸ਼ਲ ਮੀਡੀਆ ਦੇ ਤਵੱਸੁਤ ਦੇ ਨਾਲ, ਤੇ ਪਲ ਪਲ ਦੀ ਖਬਰ ਮੇਰੇ ਤੱਕ ਪਹੁੰਚਦੀ ਜੇ। ਲੋਕ ਮੇਰੇ ਨਾਲ ਆਪਣੇ ਮਸਾਇਲ ਡਿਸਕਸ ਕਰਦੇ ਨੇ, ਘਰਾਂ ਦੇ ਮਾਮਲਾਤ ਤੱਕ ਮੇਰੇ ਨਾਲ ਡਿਸਕਸ ਕਰਦੇ ਨੇ। ਤੇ ਯਾਰ ਕਿਹੜੇ ਪਰਦੇਸਾਂ ਦੀਆਂ ਗੱਲਾਂ ਤੁਸੀਂ ਸੁਣਾਉਂਦੇ ਹੋ ਪਏ ਸਾਨੂੰ? ਏਡਾ ਵੀ ਤੇ ਨਹੀਂ ਯਾਰ ਕਿ ਪਰਦੇਸ 'ਚ ਜਾ ਕੇ ਕੋਈ ਦੀਨ ਮਜ਼ਹਬ ਵੀ ਕੋਈ ਹੋਰ ਹੋ ਜਾਂਦਾ, ਨਹੀਂ ਨਹੀਂ, ਉਹੀ ਦੀਨ ਮਜ਼ਹਬ ਰਹਿੰਦਾ ਹੈ। ਤੇ ਮੁਸਲਮਾਨ ਬੜਾ ਟਨਾ ਟਨ ਜੇ ਯੂਰਪ ਵਾਲਾ। ਹਾਂ, ਮੈਂ ਤੇ ਐਸਾ ਇਸਲਾਮ ਸ਼ਾਇਦ ਪਾਕਿਸਤਾਨ ਦੇ ਵਿੱਚ ਨਹੀਂ ਵੇਖਿਆ ਜਿੰਨਾ ਯੂਰਪ ਦੇ ਵਿੱਚ ਪੁਖਤਾ ਇਸਲਾਮ ਹੁੰਦਾ ਹੈ ਤੇ ਪੁਖਤਾ ਅਕੀਦਾ ਹੋ ਜਾਂਦਾ ਹੈ। ਗੁਨਾਹ ਕਰਨਾ ਇੱਕ ਅਲੱਗ ਚੀਜ਼ ਹੈ, ਲੇਕਿਨ ਅਕੀਦੇ ਦੀ ਗੱਲ ਤੁਸੀਂ ਕਰਦੇ ਹੋ ਨਾ, ਤੇ ਛੱਡ ਦਿਓ ਤੁਸੀਂ ਯਾਰ। ਐਸੇ ਐਸੇ ਮੈਂ ਯਕੀਨ ਜਾਣੋ, ਮੈਂ ਤੁਹਾਨੂੰ ਕੀ ਦੱਸਾਂ, ਦਾੜੀ ਮੁੰਡੇ ਕਲੀਨ ਸ਼ੇਵਡ, ਔਰ ਸੱਚੀ ਗੱਲ ਦੱਸਿਆ ਜੇ ਕਿ ਕਈ ਐਸੇ ਮੈਂ ਵੇਖੇ ਨੇ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਟੁੰਨ ਰਹਿੰਦੇ ਨੇ। ਉਹ ਮੈਨੂੰ ਕਦੀ ਕਦੀ ਮੈਸੇਜ ਕਰਦੇ ਨੇ ਤੇ ਉਹ ਪਤਾ ਚੱਲਦਾ ਹੁੰਦਾ ਕਿ ਇਸ ਟਾਈਮ ਮੈਂ ਨਾ ਡਰਿੰਕਿੰਗ ਕੀਤੀ ਇਹਨੇ, ਲੇਕਿਨ ਅਕੀਦਾ ਹੈ ਉਹਨਾਂ ਦਾ ਓਏ ਹੋਏ ਹੋਏ ਐਸਾ ਜ਼ਬਰਦਸਤ ਕਿਸਮ ਦਾ ਅਕੀਦਾ ਹੈ। ਔਰ ਉਹ ਕਾਦੀਆਨੀਆਂ ਨੂੰ ਜਨਾਬ ਉਹ ਤੇ ਉਹਨਾਂ ਨੇ ਇੰਝ ਉਂਗਲ ਤੇ ਰੱਖੇ ਹੈ। ਹਾਂਜੀ ਨਾ ਭਾਈ, ਗੁਨਾਹ ਕਰਨਾ ਇੱਕ ਅਲੱਗ ਚੀਜ਼ ਹੈ, ਅਕੀਦਾ ਇੱਕ ਅਲੱਗ ਚੀਜ਼ ਹੈ। ਐਡਾ ਵੀ ਕੀ ਹੋਇਆ ਜੀ ਕਾਦੀਆਨੀਆਂ ਦਾ ਮੈਨੂੰ ਪਤਾ ਹੀ ਨਹੀਂ ਹੈ। ਕਿਹੜਾ ਦੁਨੀਆ ਦਾ ਯਾਰ ਮੁਸਲਮਾਨ ਹੈ ਕਿ ਜਿਹੜਾ ਇਹ ਕਹਿੰਦਾ ਜੀ ਮੈਨੂੰ ਕਾਦੀਆਨੀਆਂ ਦਾ ਪਤਾ ਹੀ ਨਹੀਂ? ਸਾਡੇ ਦੇ ਬੱਚੇ ਬੱਚੇ ਨੂੰ ਪਤਾ ਕਾਦੀਆਨੀਆਂ ਦੇ ਬਾਰੇ। ਇਹ ਝੂਠੇ ਨੇ, ਝੂਠੇ ਨੇ, ਬਿਲਕੁਲ ਝੂਠੇ, ਫਰਾਡ ਕਰਦੇ ਨੇ। ਇਹ ਫਰਾਡ ਕਰਨਾ, ਦਜਲ ਬਿਆਨੀ ਕਰਨਾ, ਇਹ ਇਹਨਾਂ ਦੀ ਗੁੱਟੀ ਦੇ ਵਿੱਚ ਭਰਿਆ ਹੈ। ਹਾਂਜੀ, ਕਾਦੀਆਨੀਆਂ ਨੂੰ ਇਹੋ ਹੀ ਕੁਝ ਸਿਖਾਇਆ ਜਾਂਦਾ ਕਿ ਝੂਠ ਬੋਲਦੇ ਆ ਜੇ, ਗੱਪ ਮਾਰਦੇ ਆ ਜੇ ਕੋਈ। ਇਹ ਪਤਾ ਕੀ ਉਹ ਡਰਾਮਾ ਕੀ ਕਰ ਰਿਹਾ ਸੀ, ਜਿਹੜਾ ਉਹ ਜਿਹੜੇ ਦੇ ਵਿੱਚ ਮਿਰਜ਼ੇ ਨੂੰ ਕੱਢ ਰਿਹਾ ਸੀ ਅਸਲ 'ਚ। ਜਿਹੜਾ ਵੀ ਕਹਿੰਦਾ ਹੈ ਜੀ, ਫਿਰ ਇਹ ਕਹਿੰਦਾ ਸੀ ਪਿਆ ਜੀ ਮੈਂ ਮਿਰਜ਼ੇ ਦੇ ਉੱਤੇ ਲਾਹਨਤ ਪਾਉਂਦਾ। ਉਹ ਨਹੀਂ ਨਹੀਂ ਨਹੀਂ, ਮਿਰਜ਼ੇ ਦੇ ਉੱਤੇ ਲਾਹਨਤ ਨਹੀਂ ਭਾਈ, ਨਾਮ ਪੂਰਾ ਲਵੋ, ਮਿਰਜ਼ਾ ਗੁਲਾਮ ਅਹਮਦ ਕਾਦੀਆਨੀ ਦੇ ਉੱਤੇ ਮੈਂ ਲਾਹਨਤ ਪਾਉਂਦਾ ਜੀ। ਤੇ ਗੱਲ ਫੇਰ ਬਣਨੀ ਹੈ, ਮੈਂ ਕਾਦੀਆਨੀ ਤੇ ਲਾਹਨਤ ਪਾਉਂਦਾ ਜਾਂ ਮੈਂ ਮਿਰਜ਼ੇ ਤੇ ਲਾਹਨਤ ਪਾਉਂਦਾ? ਨਹੀਂ ਨਹੀਂ, ਇਹ ਗੱਲ ਨਹੀਂ ਹੈ। ਜਦੋਂ ਬੰਦੇ ਨੂੰ ਸੁੰਘ ਲੈਣਾ ਨਾ, ਤੇ ਉਦੋਂ ਫਿਰ ਉਹਦੇ ਮੂੰਹ 'ਚੋਂ ਅਸੀਂ ਪੂਰਾ ਪੂਰਾ ਲਫ਼ਜ਼ ਕਢਵਾਉਣਾ ਹੈ। ਹਾਂ, ਜਿਹਦੇ ਬਾਰੇ ਡਾਊਟ ਹੋ ਗਿਆ ਨਾ, ਤੇ ਹੁਣ ਇਹ ਨਹੀਂ ਉਹਨੂੰ ਪੁੱਛਣਾ ਸੀ ਕਿ ਤੂੰ ਕਾਦੀਆਨੀ ਹੈ ਐਵੇਂ ਕਿ ਨਹੀਂ, ਤੂੰ ਮਰਜ਼ਈ ਹੈ ਕਿ ਨਹੀਂ, ਬਲਕਿ ਉਹਨੂੰ ਪੁੱਛਣਾ ਤੂੰ ਅਹਮਦੀ ਹੈ ਐਵੇਂ ਕਿ ਨਹੀਂ। ਹਾਂ, ਉਹ ਕਾਦੀਆਨੀ ਹੋਣ ਦੇ ਤੇ ਉਹ ਤੇ ਲਾਹਨਤ ਪਾ ਦੇਗਾ ਕਿ ਮੈਂ ਕਾਦੀਆਨੀਆਂ ਤੇ ਲਾਹਨਤ ਪਾਉਂਦਾ, ਮੈਂ ਮਰਜ਼ਈਆਂ ਤੇ ਵੀ ਲਾਹਨਤ ਪਾਉਂਦਾ। ਲੇਕਿਨ ਜਦੋਂ ਅਹਮਦੀ ਦੀ ਗੱਲ ਆਏਗਾ ਉਹ ਕਹੇਗਾ ਨਹੀਂ ਨਹੀਂ ਮੈਂ ਅਹਮਦੀ ਹੋਈ ਹਾਂ, ਅਹਮਦੀਆਂ ਦੇ ਉੱਤੇ ਮੈਂ ਲਾਹਨਤ ਨਹੀਂ ਜੇ ਪਾਉਣੀ। ਤੇ ਗੱਲ ਨੂੰ ਕੋਈ ਸਮਝਿਆ ਵੀ ਕਰੋ ਮੁਸਲਮਾਨੋ, ਐਡੇ ਕਾਕੇ ਨਾ ਬਣ ਜਾਓ। ਰਾਣਾ ਸਾਹਿਬ ਕਹਿੰਦੇ ਨੇ ਭਈਆ ਐਗਰੀ, ਸਮਝ ਆਈ ਕਿ ਨਹੀਂ ਜੀ ਬਾਜੀ? ਹਾਂਜੀ ਮੁਫਤੀ ਸਾਹਿਬ, ਮੈਂ ਇੱਕ ਗੱਲ ਸਵਾਲ ਹੀ ਹੈ ਕਿ ਜਿਸ ਤਰ੍ਹਾਂ ਗੋਹਰ ਸ਼ਾਹੀ ਵਾਲੇ ਨੇ, ਉਹਨਾਂ ਨੇ ਮਤਲਬ ਉਹ ਫੌਤ ਹੋ ਗਿਆ ਰਿਆਜ਼ ਅਹਿਮਦ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਮਾਮ ਮਹਿਦੀ ਹੈ, ਤੇ ਉਹਦੇ ਬਾਰੇ ਵਿੱਚ ਵੀ ਹੁਕੂਮਤ ਪਾਕਿਸਤਾਨ ਨੇ ਮਤਲਬ ਉਹਨਾਂ ਨੂੰ ਖਾਰਜ ਕਰਾਰ ਦਿੱਤਾ ਹੈ ਜਾਂ ਹਜੇ ਨਹੀਂ? ਉਹ ਨਹੀਂ ਨਹੀਂ ਬਾਜੀ, ਉਹਦੇ ਅਕਾਇਦ ਕੋਈ ਇਸ ਲੈਵਲ ਦੇ ਨਹੀਂ ਹੈ। ਅੱਛਾ, ਕਿ ਮਤਲਬ ਉਹ ਪਤਾ ਕੀ ਹੈ, ਉਹ ਹੈ ਵੇ ਕਿ ਇੱਕ ਤੇ ਉਹਨੇ ਕੋਈ ਨਬੂਵਤ ਦਾ ਦਾਵਾ ਨਹੀਂ ਕੀਤਾ, ਠੀਕ ਹੈ। ਦੂਸਰੀ ਬਾਤ ਹੈ ਵੇ ਕਿ ਉਹ ਇੱਕ ਜਾਹਿਲ ਜਿਹਾ ਆਦਮੀ ਸੀ। ਜਿਵੇਂ ਚਰਸੀਏ ਨਹੀਂ ਹੁੰਦੇ, ਚਰਸੀਏ ਮਵਾਲੀਏ, ਜਾਂ ਮਤਲਬ ਦਰਬਾਰਾਂ ਤੋਂ ਬਾਹਰ ਬੈਠੇ ਹੁੰਦੇ ਨੇ ਚਰਚ ਦੇ
ਸਿਗਰਟ ਭਰੇ ਹੋਏ ਪੀਂਦੇ ਨੇ, ਉਹ ਜੀ ਜੀ ਇਸ ਲੈਵਲ ਦਾ ਬੰਦਾ ਸੀ। ਤੇ ਉਹ ਬਸ ਜਿਹੜਾ ਵੇਖ ਉਹ ਚਾਰ ਉਹਦੇ ਰੂਹਾਨੀਅਤ ਮੰਨਣ ਵਾਲੇ ਹੋ ਗਏ ਤੇ ਉਹਨਾਂ ਨੇ ਫੜ ਕੇ ਉਹਨੂੰ ਇਮਾਮ ਮਹਿਦੀ ਕਹਿਣਾ ਸ਼ੁਰੂ ਕਰਤਾ। ਬਸ ਇੰਝ ਦਾ ਕੋਈ ਡਰਾਮਾ, ਹੋਰ ਉਹਦਾ ਕੋਈ ਐਡਾ ਲੰਬਾ ਚੌੜਾ ਕੋਈ ਸੀਨ ਨਹੀਂ ਹੈ ਕੋਈ। ਹਾਂਜੀ ਜੀ ਹਾਂਜੀ। ਤੇ ਠੀਕ ਹੋ ਗਿਆ ਜੀ ਫਿਰ ठीक हो गया ਲਾਈਵ मुफ्ती साहब ਲਾਈਵ ਨੂੰ ठीक ਖ਼ਤਮ ਕਰੀਏ ਜੀ। ਅੱਜ ਵਾਸਤੇ ਇੰਨਾ ਹੀ ਕਾਫੀ ਹੈ। ਇਨਸ਼ਾਅੱਲਾ ਫਿਰ ਮਿਲਨੇ ਆ ਜਨਾਬ। ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਸਾਨੂੰ ਫਾਲੋ ਨਹੀਂ ਕੀਤਾ, ਫਾਲੋ ਕਰ ਲਓ। ਤੇ ਸਾਡੇ YouTube ਦੇ ਚੈਨਲ ਖਤਮੇ ਨਬੂਵਤ ਟਾਈਮਜ਼ ਨੂੰ ਲਾਜ਼ਮੀ ਤੌਰ 'ਤੇ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣਾ। ਤੇ ਅਮੂਮੀ ਤੌਰ 'ਤੇ ਅਸੀਂ ਲਾਈਵ ਆਉਂਦੇ ਹਾਂ ਤੇ ਉੱਥੇ ਡਿਬੇਟ ਹੁੰਦੀਆਂ ਨੇ ਸਾਡੀਆਂ ਕਾਦੀਆਨੀਆਂ ਦੇ ਨਾਲ, ਮਰਜ਼ਈਆਂ ਦੇ ਨਾਲ, ਮਿਰਜ਼ਾ ਜੂਨੀਅਰ ਜੇਲਮੀ ਦੇ ਉਮਤੀਆਂ ਦੇ ਨਾਲ, ਜੈਲੀ ਸਾਬੀਆਂ ਦੇ ਨਾਲ। ਤੇ ਇਹ ਸਭ जिन्ने भी ਕੁਝ ਤੁਹਾਨੂੰ इस्लाम दुश्मन ने, जिन्ने भी ਅਨਾਸਰ इस्लाम ਨੇ दुश्मन ਜੀ। ਬਣ ਕੇ ਆ ਰਹੇ ਨੇ, ਅੱਲਾਹ ਤਾਲਾ ਉਹਨਾਂ ਨੂੰ ਗਰਕ ਕਰੇ ਔਰ ਉਹਨਾਂ ਵਾਸਤੇ ਦਿਨ ਵਿੱਚ ਬਾਰ-ਬਾਰ ਲਗਾਤਾਰ ਤੇਜ਼ ਰਫ਼ਤਾਰ ਲਾਨਤ ਪਾਉਂਦੇ ਰਿਹਾ ਕਰੋ। ਅੱਲਾਹ ਹਾਫਿਜ਼। ਠੀਕ ਹੋ ਗਿਆ ਜੀ। ਬਹੁਤ ਸ਼ੁਕਰੀਆ ਜੀ। ਰੱਬ ਰੱਖਾ। ਅਸਲਾਮ ਅਲੈਕੁਮ ਵ ਰਹਿਮਤੁਲਾਹਿ ਵ ਬਰਕਾਤੁਹੂ।